सतनाम वाहिगुरु साहिब जियो। बहु संखन की धुनी उठाई, लाजा पुष्पन बहु बरखाई। पौत्रे सर्ब गुरु के आए, कर मैली ने चवर टुराए। वाहिगुरु जी का खालसा वाहिगुरु जी की फतेह। ਗਰੀਬਨਵਾਜ ਸਤਿਗੁਰੂ ਸਰਬ ਸੁੱਖਾਂ ਦੇ ਦਾਤੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਜੁੜ ਕੇ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਭਗਤ ਕਬੀਰ ਸਾਹਿਬ ਜੀ ਦੇ ਬੜੇ ਇਨਕਲਾਬੀ ਬਚਨ ਆਸਾ ਰਾਗ ਵਿੱਚੋਂ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸਰਵਣ ਕਰਾਏ ਨੇ, ਜਿਹਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣੇ ਕਛੁ ਨ ਹੋਵੇ ਨਾਹੀ ਰਾਮ ਇਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੂਨੀ ਆਵੇ। ਮਨੋ ਕਠੋਰ ਮਰੇ ਬਨਾਰਸ, ਨਰਕ ਨ ਬਾਂਚਿਆ ਜਾਈ। ਹਰ ਕਾ ਸੰਤ ਮਰੇ ਹੜੰਬੇ, ਸਗਲੀ ਸੈਨ ਤਰਾਈ। ਧਰਮ ਦੀ ਦੁਨੀਆ ਅੰਦਰ ਮਨੁੱਖ ਨੂੰ ਇਹ ਕਿਹਾ ਗਿਆ ਹੈ ਕਿ ਜੇ ਤੁਸੀਂ ਮੁਕਤੀ ਚਾਹੁੰਦੇ ਹੋ, ਪਹਿਲੀ ਗੱਲ ਮੁਕਤੀ ਦੀ ਪਰਿਭਾਸ਼ਾ ਹੀ ਨਹੀਂ ਦੱਸੀ ਗਈ। ਮੁਕਤੀ ਦੇ ਬਾਰੇ ਦੱਸਿਆ ਗਿਆ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਲੇਕਿਨ ਜੇ ਮਰਨ ਤੋਂ ਬਾਅਦ ਮਿਲੀ ਤਾਂ ਮੁਕਤੀ ਦਾ ਅਰਥ ਹੀ ਕੀ ਰਹਿ ਜਾਂਦਾ ਹੈ। ਮੁਕਤੀ ਜਿਉਂਦੇ ਜੀ ਚਾਹੀਦੀ ਸੀ। ਮੁਕਤੀ ਸੀ ਦੁੱਖਾਂ ਤੋਂ, ਵਿਕਾਰਾਂ ਤੋਂ, ਬੁਰਾਈਆਂ ਤੋਂ, ਚਿੰਤਾਵਾਂ ਤੋਂ। ਸਾਰੀ ਜ਼ਿੰਦਗੀ ਦੁੱਖਾਂ 'ਚ ਬੰਦਾ ਬਤੀਤ ਕਰ ਦੇਵੇ, ਮਰਨ ਤੋਂ ਬਾਅਦ ਆਪਾਂ ਕੀ ਮੁਕਤ ਹੋ ਗਿਆ, ਤੇ ਸਾਡੇ ਪਾਸ ਕੀ ਪ੍ਰੂਫ ਹੈ ਮੁਕਤ ਹੋ ਗਿਆ ਕਿ ਨਹੀਂ ਹੋ ਗਿਆ। ਗੁਰਬਾਣੀ ਦੀ ਇਹ ਇਨਕਲਾਬੀ ਸੋਚ ਹੈ ਕਿ ਜੀਵਨ ਮੁਕਤ। ਸਤਿਗੁਰੂ ਜੀ ਕਹਿੰਦੇ ਕਿ ਦੁਨੀਆ ਮੁਕਤੀ ਪ੍ਰਾਪਤ ਕਰਨ ਲਈ ਤੀਰਥਾਂ ਤੇ ਜਾਂਦੀ ਹੈ, ਨਹਾਉਂਦੀ ਹੈ, ਪੂਜਾ ਕਰਦੀ ਹੈ, ਪਰ ਬਾਬਾ ਕਬੀਰ ਸਾਹਿਬ ਜੀ ਬਨਾਰਸ ਦੀ ਧਰਤੀ ਤੇ ਗੰਗਾ ਦੇ ਕੰਢੇ ਤੇ ਰਹਿਣ ਵਾਲੇ, ਉੱਥੇ ਬੈਠ ਕੇ ਉਹਨਾਂ ਨੇ ਇਨਕਲਾਬੀ ਗੱਲ ਕਹੀ ਹੈ ਕਿ ਪੂਜੋ ਰਾਮ ਏਕ ਹੀ ਦੇਵਾ। ਕੇਵਲ ਇੱਕ ਰਾਮ ਪ੍ਰਭੂ ਦੀ ਸੇਵਾ ਕਰੋ, ਪ੍ਰਭੂ ਦੇ ਪਿਆਰ ਵਿੱਚ ਜੁੜੋ। ਰਾਮ ਦਾ ਅਰਥ ਜੋ ਰਮਿਆ ਹੋਇਆ, ਸੱਚਾ ਨਾਮਨ ਗੁਰ ਕੀ ਸੇਵਾ। ਤੁਸੀਂ ਤੀਰਥਾਂ ਤੇ ਇਸ਼ਨਾਨ ਕਰਦੇ ਹੋ ਕਿ ਸ਼ਾਇਦ ਸਾਨੂੰ ਦੁੱਖਾਂ ਤੋਂ, ਪਾਪਾਂ ਤੋਂ ਮੁਕਤੀ ਮਿਲੇਗੀ, ਲੇਕਿਨ ਜੇ ਤੁਸੀਂ ਦੁੱਖਾਂ ਤੋਂ ਮੁਕਤੀ ਚਾਹੁੰਦੇ ਹੋ ਤੇ ਸੱਚਾ ਨਾਮਨ ਗੁਰ ਕੀ ਸੇਵਾ। ਗੁਰੂ ਕੀ ਸੇਵਾ ਸਭ ਤੋਂ ਉੱਤਮ ਇਸ਼ਨਾਨ ਹੈ। ਲੋਕੀ ਇਸ਼ਨਾਨ ਕਰਦੇ ਨੇ ਦੁੱਖਾਂ ਤੋਂ ਮੁਕਤੀ ਦੇ ਲਈ। ਹੁਣ ਨਾਤਿਆਂ ਤੇ ਦੁੱਖਾਂ ਤੋਂ ਮੁਕਤੀ ਨਹੀਂ ਮਿਲਦੀ। ਨਾਤਿਆਂ ਸਰੀਰ ਦੀ ਮੈਲ ਲੱਥ ਸਕਦੀ ਹੈ, ਨਹਾਉਣਾ ਜ਼ਰੂਰੀ ਹੈ ਸਰੀਰਕ ਤੰਦਰੁਸਤੀ ਦੇ ਲਈ, ਸਫਾਈ ਦੇ ਲਈ, ਲੇਕਿਨ ਦੁੱਖਾਂ ਤੋਂ ਮੁਕਤੀ ਉਦੋਂ ਮਿਲੇਗੀ ਜਦੋਂ ਸਾਡੀ ਸੁਰਤ ਚੋਂ ਮੈਲ ਨਿਕਲੇਗੀ, ਸੁਰਤ ਚੋਂ ਬੁਰਾਈਆਂ ਮਿਟਣਗੀਆਂ। ਕੋਈ ਰੋਗ ਪ੍ਰਮਾਤਮਾ ਨੇ ਨਹੀਂ ਲਾਇਆ, ਇਹ ਰੋਗ ਸਾਡੀ ਸੋਚ ਵਿੱਚੋਂ ਪੈਦਾ ਹੋਏ ਨੇ, ਸਾਡੇ ਜੀਵਨ ਦੇ ਢੰਗ ਵਿੱਚੋਂ ਪੈਦਾ ਹੋਏ ਨੇ। ਕੋਈ ਰੋਗ ਕਿਸੇ ਡਾਕਟਰ ਨੇ ਦੂਰ ਨਹੀਂ ਕਰਨਾ। ਡਾਕਟਰ ਦਵਾਈਆਂ ਦੇ ਕੇ ਕੁਝ ਆਸਰਾ ਦੇ ਸਕਦੇ ਨੇ, ਡਾਕਟਰ ਆਪ ਵੀ ਤੇ ਰੋਗੀ ਹੋ ਜਾਂਦੇ ਨੇ। ਮੈਂ ਜਾਣਦਾ ਬਹੁਤ ਸਾਰੇ ਮੇਰੇ ਜਾਣਨ ਵਾਲੇ ਰਿਸ਼ਤੇਦਾਰ ਵੀ ਨੇ, ਉਹ ਕਹਿੰਦੇ ਕਹਾਉਂਦੇ ਡਾਕਟਰ ਨੇ, ਪਰ ਆਪ ਘਰੇਲੂ ਜੀ ਜਿਹੜੇ ਨੇ ਉਹ ਰੋਗ ਦੇ ਨਾਲ ਖਤਮ ਹੋ ਜਾਂਦੇ, ਉਹਨਾਂ ਦਾ ਇਲਾਜ ਹੀ ਕਿਤੇ ਨਹੀਂ ਹੈ। ਇਲਾਜ ਤੁਹਾਡੀ ਸੋਚ ਨੇ ਕਰਨਾ ਹੈ। ਹਰ ਰੋਗ ਦਾ ਇਲਾਜ ਹੈ ਜੇ ਤੁਸੀਂ ਆਪਣੀ ਸੋਚ ਨੂੰ ਪਵਿੱਤਰ ਕਰ ਲਓ। ਬਾਬਾ ਫਰੀਦ ਸਾਹਿਬ ਜੀ ਅੱਜ ਤੋਂ ਬਹੁਤ ਚਿਰ ਪਹਿਲਾਂ ਕਿਹਾ ਸੀ, ਜੇ ਦੁੱਖਾਂ ਤੋਂ ਬਚਣਾ ਚਾਹੁੰਦੇ ਹੋ, ਰੋਗਾਂ ਤੋਂ ਬਚਣਾ ਚਾਹੁੰਦੇ ਹੋ, ਸਰੀਰਕ ਤੰਦਰੁਸਤ ਰੱਖਣਾ ਚਾਹੁੰਦੇ ਹੋ, ਫਿਰ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ। ਬੜੇ ਬੜੇ ਭਿਆਨਕ ਰੋਗ ਜਿਹੜੇ ਨੇ ਉਹ ਚਿੰਤਾਵਾਂ ਤੋਂ ਪੈਦਾ ਹੁੰਦੇ ਨੇ, ਸਾਡੀ ਸੋਚ ਤੋਂ ਪੈਦਾ ਹੁੰਦੇ ਨੇ। ਤੇ ਗੁਰਬਾਣੀ ਜਾਂ ਧਰਮ ਗ੍ਰੰਥ ਸਾਨੂੰ ਚਿੰਤਾ ਤੋਂ ਰਹਿਤ ਜ਼ਿੰਦਗੀ, ਪਰਉਪਕਾਰ ਦੀ ਜ਼ਿੰਦਗੀ ਜੀਉਣ ਦੀ ਪ੍ਰੇਰਣਾ ਕਰਦੇ ਨੇ। ਗੁਰੂ ਦੀ ਸੇਵਾ ਦਾ ਅਰਥ ਕੋਈ ਇਕੱਲਾ ਝਾੜੂ ਮਾਰਨ ਤੋਂ ਨਹੀਂ ਹੈ, ਇਹ ਤੇ ਇੱਕ ਪਹਿਲਾ ਪੜਾਅ ਹੈ। ਗੁਰੂ ਦੀ ਸੇਵਾ ਦੱਸ ਕੇ ਗੁਰੂ ਦੇ ਬਚਨਾਂ ਅਨੁਸਾਰ ਜ਼ਿੰਦਗੀ ਬਤੀਤ ਕਰਨੀ। ਗੁਰੂ ਕਹਿੰਦਾ ਕਿਸੇ ਦਾ ਬੁਰਾ ਨਾ ਕਰੋ, ਕਿਸੇ ਦਾ ਹੱਕ ਨਾ ਮਾਰੋ, ਕਿਸੇ ਤੇ ਜ਼ੁਲਮ ਨਾ ਕਰੋ, ਲੋਕਾਂ ਦੀ ਈਰਖਾ ਨਿੰਦਾ ਨਾ ਕਰੋ। ਜਦੋਂ ਇਹਦੇ ਤੋਂ ਸਾਡੀ ਸੁਰਤ ਰਹਿ ਜਾਵੇ, ਮਨ ਤੰਦਰੁਸਤ ਹੋ ਜਾਏਗਾ, ਤਨ ਨੂੰ ਕੋਈ ਰੋਗ ਨਹੀਂ ਆ ਸਕਦਾ, ਤਨ ਆਪਣੇ ਆਪ ਤੰਦਰੁਸਤ ਹੋ ਜਾਏਗਾ। ਮਨ ਰੋਗੀ ਹੈ, ਸਰੀਰ ਨੂੰ ਜਿੰਨੀਆਂ ਮਰਜ਼ੀ ਦਵਾਈਆਂ ਦੇਈ ਜਾਓ,
ਕਦੀ ਤੰਦਰੁਸਤ ਨਹੀਂ ਹੋਏਗਾ। ਕੁਝ ਆਸਰਾ ਮਿਲ ਸਕਦਾ ਦਵਾਈਆਂ ਨਾਲ, ਦਵਾਈਆਂ ਦੀ ਕਿਤੇ ਲੋੜ ਹੈ, ਜ਼ਰੂਰੀ ਹੈ। ਲੇਕਿਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਦੁਨੀਆ ਦੇ ਲੋਕੋ, ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ। ਜੇ ਤੁਹਾਡੇ ਅੰਦਰ ਹੀ ਮੈਲ ਹੈ, ਬਾਹਰੋਂ ਨਹਾਈ ਜਾਓਗੇ ਤਾਂ ਤੁਸੀਂ ਕਿਹੜਾ ਬੈਕੁੰਠ ਨੂੰ ਚਲੇ ਜਾਓਗੇ। ਬੈਕੁੰਠ ਇਸ ਧਰਤੀ ਤੋਂ ਵੱਖਰਾ ਨਹੀਂ ਹੈ। ਧਾਰਮਿਕ ਲੋਕਾਂ ਨੇ ਸਿਰਫ ਆਪਣੀ ਖਲੜੀ ਬਚਾਉਣ ਲਈ ਕਹਿਤਾ ਕਿ ਸਵਰਗ ਵੱਖਰਾ ਹੈ ਕਿਤੇ, ਕਿਉਂਕਿ ਇੱਥੇ ਦੱਸ ਨਹੀਂ ਸਕਦੇ ਹੋ। ਇਹ ਧਰਤੀ ਸਵਰਗ ਹੈ, ਧਰਤੀ ਤੋਂ ਵਧੀਆ ਕੋਈ ਸਵਰਗ ਨਹੀਂ ਹੈ। ਗੁਰਮਤਿ ਨੇ ਇਸ ਧਰਤੀ ਨੂੰ ਧਰਮਸਾਲ ਬਣਾਉਣ ਦੀ ਗੱਲ ਕਹੀ ਹੈ, ਸਵਰਗ ਬਣਾਉਣ ਦੀ ਗੱਲ ਕਹੀ ਹੈ। ਮਨੁੱਖ ਦੇ ਅੰਦਰ ਮੈਲ ਹੋਵੇ, ਬਾਹਰੋਂ ਜਿੰਨਾ ਮਰਜ਼ੀ ਤੀਰਥਾਂ ਤੇ ਨਹਾਈ ਜਾਓ, ਕਿਹੜੇ ਬੈਕੁੰਠ ਵਿੱਚ ਚਲਿਆ ਜਾਏਗਾ। ਲੋਕ ਪਤੀਣੇ ਕਛੂ ਨਾ ਹੋਵੇ। ਤੀਰਥਾਂ ਤੇ ਨਹਾ ਕੇ ਅਸੀਂ ਲੋਕਾਂ ਦੇ ਵਿੱਚ ਆਪਣੀ ਇੱਕ ਭਰਮ ਭਾਵ ਬਣਾ ਸਕਦੇ, ਪ੍ਰਤਿਸ਼ਠਾ ਬਣਾ ਸਕਦੇ ਹਾਂ ਕਿ ਅਸੀਂ ਬੜੇ ਧਰਮੀ ਹਾਂ, ਅਸੀਂ ਬੜੇ ਤੀਰਥ ਇਸ਼ਨਾਨੀ ਹਾਂ। ਪਰ ਨਾ ਹੀ ਰਾਮ ਇਆਣਾ, ਪਰਮਾਤਮਾ ਕੋ ਨਿਆਣਾ ਨਹੀਂ ਹੈ ਜਿਹੜਾ ਇਹਨਾਂ ਗੱਲਾਂ ਤੇ ਹੀ ਜਾਏਗਾ। ਪਰਮਾਤਮਾ ਦਾ ਨਿਯਮ, ਪਰਮਾਤਮਾ ਦਾ ਕਾਨੂੰਨ ਸਮੁੱਚੀ ਕਾਇਨਾਤ ਦੇ ਲਈ ਬਰਾਬਰ ਹੈ। ਉਹ ਅਮੀਰ ਗਰੀਬ ਲਈ ਬਰਾਬਰ ਹੈ। ਪਰਮਾਤਮਾ ਨੇ ਜੋ ਨਿਯਮ ਬਣਾ ਦਿੱਤੇ ਉਹਨੂੰ ਪਰਮਾਤਮਾ ਵੀ ਨਹੀਂ ਬਦਲ ਸਕਦਾ। ਉਹ ਇਹ ਹੈ ਕਿ ਜੈਸਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਜੋ ਤੁਸੀਂ ਕਰੋਗੇ ਉਹਦਾ ਤੁਹਾਨੂੰ ਹੀ ਫਲ ਭੋਗਣਾ ਪੈਣਾ। ਤੀਰਥਾਂ ਦੇ ਨਾਤਿਆਂ ਉਹ ਫਲ ਜਿਹੜਾ ਮਿਟ ਨਹੀਂ ਜਾਏਗਾ। ਇੱਧਰ ਤੁਸੀਂ ਪਾਪ ਕਰ ਲਓ। ਗੁਰਬਾਣੀ ਕਹਿੰਦੀ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੋਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਰਾਮ ਕੋਈ ਪ੍ਰਮਾਤਮਾ ਨਿਆਣਾ ਨਹੀਂ ਹੈ ਕਿ ਤੁਸੀਂ ਨਹਾ ਧੋ ਕੇ ਕਹੋਗੇ ਜੀ ਮੈਂ ਬੜਾ ਧਰਮੀ ਬਣ ਗਿਆ। ਜੇ ਧਰਮੀ ਬਣਨਾ ਹੈ, ਸੱਚਾ ਨਾਵਣ ਗੁਰ ਕੀ ਸੇਵਾ। ਬੜੀ ਇਨਕਲਾਬੀ ਗੱਲ ਹੈ ਦੁਨੀਆ ਦੇ ਲੋਕੋ। ਜੇ ਪਾਣੀ 'ਚ ਨਹਾਤੇ ਮੁਕਤੀ ਮਿਲਦੀ ਹੋਏ ਤੇ ਪਾਣੀ 'ਚ ਤੇ ਕਈ ਮੱਛੀਆਂ ਰਹਿੰਦੀਆਂ ਨੇ, ਡੱਡੂ ਰਹਿੰਦੇ ਨੇ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹੇ ਨਰ ਫਿਰ ਜੂਨੀ ਆਵੇ। ਉਹ ਮਨੁੱਖ ਜਿਹੜਾ ਤੀਰਥਾਂ ਤੇ ਨਹਾ ਕੇ ਮੁਕਤੀ ਚਾਹੁੰਦਾ ਹੈ, ਭਗਤ ਜੀ ਕਹਿੰਦੇ ਉਹ ਵੀ ਮੇਂਢਕ ਹੀ ਹੈ, ਇਹ ਤੋਂ ਵੱਧ ਕੁਝ ਨਹੀਂ ਹੋ ਸਕਦਾ। ਉਹ ਕਦੀ ਆਵਾਗਾਉਣ ਤੋਂ ਮੁਕਤ ਨਹੀਂ ਹੋ ਸਕਦਾ। ਅਗਲੀ ਗੱਲ ਭਗਤ ਜੀ ਦੀ ਹੋਰ ਬੜੀ ਇਨਕਲਾਬੀ। ਬਨਾਰਸ ਦੀ ਧਰਤੀ ਦੇ ਪ੍ਰਥਾਏ ਇੱਕ ਧਾਰਨਾ ਬਣੀ, ਉਹਨੂੰ ਸ਼ਿਵਪੁਰੀ ਵੀ ਕਿਹਾ ਜਾਂਦਾ ਹੈ। ਬਨਾਰਸ ਨੂੰ ਕਾਂਸੀ ਕਿਹਾ ਜਾਂਦਾ ਹੈ। ਕਹਿੰਦੇ ਸ਼ਿਵ ਜੀ ਦੀ ਵਸਾਈ ਹੋਈ ਨਗਰੀ ਹੈ। ਉੱਥੇ ਰਹਿਣ ਵਾਲੇ ਲੋਕਾਂ, ਸ਼ਰਧਾਲੂਆਂ ਦੇ ਮਨਾਂ 'ਚ ਖਿਆਲ ਹੈ ਕਿ ਜਿਹੜਾ ਇਹ ਬਨਾਰਸ ਦੀ ਧਰਤੀ ਤੇ ਮਰੇਗਾ ਸਿੱਧਾ ਹੀ ਸ਼ਿਵਪੁਰੀ ਨੂੰ ਜਾਏਗਾ। ਔਰ ਕਦੀ ਸੁਣਿਆ ਦੇਖਿਆ ਨਹੀਂ, ਗ੍ਰੰਥਾਂ 'ਚ ਪੜ੍ਹਿਆ ਕਿ ਉੱਥੇ ਇੱਕ ਆਰਾ ਲੱਗਾ ਹੁੰਦਾ ਸੀ ਜਿਹੜਾ ਸਭ ਕੁਝ ਦਾਨ ਕਰਕੇ ਇੱਥੋਂ ਤੱਕ ਆਪਣੀ ਧਰਮ ਪਤਨੀ ਨੂੰ ਅਰਪੇ ਨਾਰ ਸ਼ਿੰਗਾਰ ਸਮੇਤ ਗਹਿਣਿਆਂ ਨਾਲ ਸਜਾ ਕੇ ਉੱਥੋਂ ਦੀ ਪੰਡਤਾਂ ਨੂੰ ਦਾਨ ਕਰਕੇ ਆਰੇ ਨਾਲ ਚਿਰ ਕੇ ਮਰਦਾ ਸੀ। ਕਹਿੰਦੇ ਤੂੰ ਤੇ ਸਿੱਧਾ ਹੀ ਸਵਰਗ ਨੂੰ ਜਾਏਗਾ। ਇੱਦਾਂ ਦੇ ਸਵਰਗ ਵੀ ਨੇ ਜਿਹੜੇ ਇੱਥੇ ਦਾਨ ਕਰੋ ਇਸਤਰੀਆਂ ਨੂੰ ਤੇ ਤੁਹਾਨੂੰ ਸਵਰਗ ਮਿਲ ਜਾਣ। ਕਿੰਨਾ ਮਨੁੱਖਤਾ ਨੂੰ ਮੂਰਖ ਬਣਾਇਆ ਗਿਆ ਧਰਮ ਦੇ ਨਾਂ ਤੇ। ਔਰ ਇਹ ਸੀ ਕਿ ਇੱਥੇ ਜਿਹੜਾ ਮਰੇਗਾ ਉਹ ਸਵਰਗ ਨੂੰ ਜਾਏਗਾ। ਕਹਿੰਦੇ ਇੱਕ ਵਾਰੀ ਬਿਆਸ ਜੀ ਇੱਥੇ ਆ ਗਏ। ਬਿਆਸ ਜੀ ਨੇ ਦਾ ਕੁਛ ਸਤਿਕਾਰ ਨਹੀਂ ਕੀਤਾ ਇੱਥੋਂ ਦੇ ਪੰਡਤਾਂ ਨੇ, ਜਿਵੇਂ ਮੈਂ ਪੜ੍ਹੀ ਹੈ ਕਹਾਣੀ। ਹੰਕਾਰ ਸੀ ਕਿ ਅਸੀਂ ਇੱਥੇ ਦੇ ਰਹਿਣ ਵਾਲੇ ਹਾਂ। ਵੈਸੇ ਵੀ ਧਰਮ ਸਥਾਨਾਂ ਤੇ ਰਹਿਣ ਵਾਲਿਆਂ ਦੇ ਮਨਾਂ 'ਚ ਵੱਖਰਾ ਹੀ ਖਿਆਲ ਹੁੰਦਾ ਕਿ ਅਸੀਂ ਬੜੇ ਉੱਤਮ ਹਾਂ, ਬੜੇ ਮਹਾਨ ਹਾਂ। ਬਿਆਸ ਜੀ ਨੇ ਖਿੱਝ ਕੇ ਆ ਕੇ ਇੱਕ ਵੱਖਰੀ ਨਗਰੀ ਵਸਾ ਲਈ ਜਿਹਨੂੰ ਮਗਹਰ ਕਹਿੰਦੇ, ਹੜੰਬਾ ਵੀ ਕਹਿੰਦੇ ਨੇ। ਕਹਿੰਦੇ ਦੁਨੀਆ ਉੱਥੇ ਜਾਣ ਲੱਗ ਪਈ ਤੇ ਚਿੰਤਾ ਪੈ ਗਈ ਇਹੋ ਜਿਹੇ ਲੋਕਾਂ ਨੂੰ ਵੀ ਸਾਡੀ ਤੇ ਰੌਣਕ ਖਤਮ ਹੋ ਜਾਏਗੀ। ਇੱਕ ਸ਼ਾਇਦ ਨਾਰਦ ਜੀ ਨੂੰ ਉੱਥੇ ਭੇਜਿਆ, ਵਾਰ-ਵਾਰ ਪੁੱਛਦੇ ਕਿ ਇੱਥੇ ਜਿਹੜਾ ਆਏਗਾ ਕਿਹੜੀ ਜੂਨ 'ਚ ਜਾਏਗਾ। ਉਹ 2-4 ਵਾਰੀ ਉਤਰਤਾ, ਜਦੋਂ 5-7 ਵਾਰੀ ਪੁੱਛਿਆ ਤੇ ਹਾਰ ਕੇ ਖਿੱਚ ਕੇ ਬਿਆਸ ਜੀ ਨੇ ਕਿਹਾ ਤਾਂ ਗਧੇ ਦੀ ਜੂਨ ਜਾਏਗਾ। ਉਦੋਂ ਤੋਂ ਇਹ ਧਾਰਨਾ ਬਣ ਗਈ ਜਿਹੜਾ ਮਗਰ 'ਚ ਮਰੇਗਾ ਨਾ ਹੜੰਬੇ 'ਚ, ਉਹ ਤੇ ਗਧਾ ਹੀ ਬਣੇਗਾ। ਲੇਕਿਨ ਬਾਬਾ ਕਬੀਰ ਸਾਹਿਬ ਜੀ ਦੀ ਇਨਕਲਾਬੀ ਸੋਚ ਜਨਮੇ ਉਹ ਬਨਾਰਸ ਦੀ ਧਰਤੀ ਤੇ। ਕਹਿੰਦੇ ਸਗਲ ਜਨਮ ਸੇ ਪੁਰੀ ਗਵਾਇਆ, ਮਰਤੀ ਬਾਰ ਮਗਰ ਉਠ ਆਇਆ, ਜੈਸਾ ਮਗਰ ਤੈਸੀ ਕਾਂਸੀ। ਕਹਿਣ ਲੱਗੇ ਮੇਰੇ ਲਈ ਤੇ ਇੱਕੋ ਜਿਹੇ ਨੇ ਦੋਵੇਂ ਚੀਜ਼ਾਂ। ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ। ਬੰਦਾ ਹੋਏ ਮਨ ਕਰਕੇ ਹੰਕਾਰੀ, ਰਹੇ ਭਾਵੇਂ ਬਨਾਰਸ, ਬਨਾਰਸ ਵਿੱਚ ਹੀ ਭਾਵੇਂ ਉਹ ਮਰ ਜਾਏ, ਉਹ ਤੇ ਨਰਕਾਂ ਤੋਂ ਨਹੀਂ ਬਚ ਸਕਦਾ। ਅੰਦਰ ਹੰਕਾਰ ਹੈ, ਅੰਦਰ ਵਿਕਾਰ ਹੈ, ਉਹ ਨਰਕਾਂ ਤੋਂ ਨਹੀਂ ਬਚ ਸਕਦਾ। ਹਰ ਕਾ ਸੰਤ ਮਰੇ ਹਾੜੰਬੇ, ਸਗਲੀ ਸਹਿਨ ਤਰਾਈ। ਰੱਬ ਦਾ ਪਿਆਰਾ ਭਾਵੇਂ ਮਗਰ 'ਚ ਆਏ ਤੇ ਭਾਵੇਂ ਕਿਤੇ ਮਰ ਜੇ, ਜੰਗਲ 'ਚ ਮਰ ਜੇ, ਉਹ ਸਾਰੀ ਧਰਤੀ ਦਾ ਪਾਰ ਉਤਾਰਾ ਕਰ ਦਿੰਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਹਿ ਕਬੀਰ ਨਾ ਤਿਸੇ ਤੇ ਆਵੋ ਬਾਵਰਿਆ ਸੰਸਾਰਾ। ਉਹ ਦੁਨੀਆ ਦੇ ਬੌਰੇ ਲੋਗੋ ਕੇਵਲ ਪਰਮਾਤਮਾ ਦਾ ਸਿਮਰਨ ਕਰੋ, ਨੇਕ ਕਿਰਤ ਕਰੋ। ਸਾਨੂੰ ਸਾਡੇ ਸਤਿਗੁਰੂ ਜੀ ਨੇ ਬੜਾ ਸੁੰਦਰ ਵਧੀਆ ਸਰਲ ਫਾਰਮੂਲਾ ਦਿੱਤਾ ਹੈ। ਜੇ ਜ਼ਿੰਦਗੀ ਸੁੱਖ ਚਾਹੁੰਦੇ ਹੋ, ਆਨੰਦ ਚਾਹੁੰਦੇ ਹੋ, ਕਿਰਤ ਕਰੋ, ਨਾਮ ਜਪੋ।
ਵੰਡ ਕੇ ਛਕੋ। ਇਹ ਤਿੰਨ ਗੱਲਾਂ ਦੇ ਵਿੱਚ ਮਨੁੱਖ ਦਾ ਸਰੀਰਕ ਜੀਵਨ, ਮਨੁੱਖ ਦਾ ਸਮਾਜਿਕ ਜੀਵਨ, ਮਨੁੱਖ ਦਾ ਆਤਮਿਕ ਜੀਵਨ ਦੀ ਖੁਸ਼ਹਾਲੀ ਦਾ ਰਾਜ ਬੰਦ ਕੀਤਾ ਹੋਇਆ ਸਤਿਗੁਰੂ ਜੀ ਨੇ। ਸਮੁੱਚੇ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਹੋਈ ਹੈ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਕਿਤੇ ਭਰਮ ਭਟਕਣ ਦੀ ਲੋੜ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇਹ ਇਨਕਲਾਬੀ ਸ਼ਬਦ ਆਪ ਜੀ ਸਵਣ ਕਰ ਰਹੇ ਸੀ। ਬਾਬਾ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਸਾਹਿਬ ਜੀ, ਬਾਬਾ ਨਾਮਦੇਵ ਸਾਹਿਬ ਜੀ ਦੀ ਬਹੁਤ ਇਨਕਲਾਬੀ ਬਾਣੀ ਹੈ। ਉਸ ਧਰਤੀ ਤੇ ਰਹਿ ਕੇ ਜਿੱਥੋਂ ਅਰਵਤਾ ਹੁੰਦੀ ਇਹਨਾਂ ਗੱਲਾਂ ਦੀ, ਉੱਥੇ ਬੈਠ ਕੇ ਉਹਨਾਂ ਨੇ ਵਰਣ ਵੰਡ ਨੂੰ ਵੰਗਾਰਿਆ, ਕਰਮ ਕਾਂਡਾਂ ਦੇ ਵਿਰੁੱਧ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ, ਲੋਕਾਂ ਨੂੰ ਨਿਰੋਲ ਇੱਕ ਰੱਬ ਦੀ, ਪ੍ਰਭੂ ਦੀ, ਈਸ਼ਵਰ ਦੀ ਬੰਦਗੀ ਵਿੱਚ ਜੁੜਨ ਦੀ ਗੱਲ ਕੀਤੀ, ਉੱਤਮ ਕਰਮ ਕਰਨ ਦੀ ਪ੍ਰੇਰਣਾ ਕੀਤੀ। ਇਹ ਮਹਾਨ ਯੋਧੇ ਸਨ, ਇਹ ਭਗਤ ਜਿਹੜੇ ਸਨ ਬੜੇ ਸੂਰਬੀਰ ਸਨ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ 'ਚੋਂ ਆਪ ਜੀ ਕਥਾ ਸ਼ਰਵਣ ਕਰ ਰਹੇ ਹੋ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਨੇ। ਗੁਰੂ ਕੀਆਂ ਸੰਗਤਾਂ ਦੂਰ ਦੁਰਾਡੇ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਚ ਇਕੱਤਰ ਹੋਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਰਨ ਦੇ ਲਈ ਗੁਰੂ ਕੀ ਸੰਗਤ ਉਹਨਾਂ ਦੇ ਪਵਿੱਤਰ ਸਰੀਰ ਨੂੰ ਲਿਜਾ ਰਹੀ ਹੈ। ਇੱਥੋਂ ਕਥਾ ਅੱਗੇ ਆਪਾਂ ਸ਼ਰਵਣ ਕਰਨੀ। ਆਓ ਗੁਰੂ ਕੇ ਪਿਆਰ ਜੁੜਦੇ ਹਾਂ, ਗੁਰੂ ਕੀ ਗਾਥਾ ਸ਼ਰਵਣ ਕਰਨ ਦੇ ਲਈ ਮਨ ਚਿਤ ਕਰਕੇ ਇਕਾਗਰ ਹੁੰਦੇ ਆ, ਮੁਖ ਤੋਂ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਬਹੁ ਸੰਖਨ ਕੀ ਧੁਨੀ ਉਠਾਈ, ਲਾਜਾ ਪੁਸ਼ਪਨ ਬਹੁ ਬਰਖਾਈ। ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਦਾ ਪਾਵਨ ਸਰੀਰ ਲੈ ਕੇ ਜਦੋਂ ਚੱਲੇ ਨੇ ਤੇ ਉਸ ਵੇਲੇ ਸ਼ੰਖ ਵਜਾਏ ਜਾਂ ਹੋਰ ਜੋ ਵੀ ਸਨ ਸਾਜ਼ ਵਜਾਏ, ਫੁੱਲਾਂ ਦੀਆਂ ਮਾਲਾਵਾਂ ਲਟਕਾਈਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਵਾਨ ਦੇ ਨਾਲ। ਉਤਰੇ ਸਰਬ ਗੁਰੂ ਕੇ ਆਏ, ਕਰ ਮਹਿਲੀ ਨੇ ਚਵਰ ਟੁਰਾਏ। ਸਤਿਗੁਰੂ ਜੀ ਦਾ ਸਾਰਾ ਪਰਿਵਾਰ ਆਇਆ ਹੈ, ਪੁੱਤਰ ਪੋਤਰੇ ਆਏ ਨੇ ਤੇ ਜਿਵੇਂ ਪਰੰਪਰਾ ਸੀ ਉਸ ਅਨੁਸਾਰ ਪੋਤਰੇ ਜਿਹੜੇ ਨੇ ਉਹ ਵੀ ਸੇਵਾ 'ਚ ਲੱਗੇ, ਕੋਈ ਚੌਰ ਕਰ ਰਿਹਾ ਹੈ। ਸ਼ਬਦ ਰਬਾਬੀ ਗਾਵਨ ਕਰਹੀ। ਗੁਰੂ ਕੇ ਰਵਾਬੀ ਸਨ। ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਰਾਮ ਕਲੀ ਸਦ ਅਸੀਂ ਪੜ੍ਹਦੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਦੋਂ। ਆਨੰਦ ਸਾਹਿਬ ਜੀ ਤੋਂ ਬਾਅਦ ਇਹ ਬਾਣੀ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਜਿਹੜੇ ਪੜਪੋਤਰੇ ਸਨ ਉਹਨਾਂ ਦੀ ਉਚਾਰਨ ਕੀਤੀ ਹੋਈ ਅੰਕਿਤ ਹੈ। ਸੋ ਉਸ ਵੇਲੇ ਗੁਰੂ ਕੇ ਬਚਨਾਂ ਨੂੰ ਮੰਨ ਕੇ ਸ਼ਬਦ ਕੀਰਤਨ ਕਰ ਰਹੇ ਨੇ ਰਬਾਬੀ। ਗੁਰੂ ਕੀਆਂ ਸੰਗਤਾਂ ਵੀ ਸ਼ਬਦ ਕੀਰਤਨ ਦੇ ਨਾਲ ਜੁੜੀਆਂ ਹੋਈਆਂ ਹਨ। ਸਹਿਤ ਸੁਗੰਧ ਫੂਲ ਬਹੁ ਲਿਆਵੇ। ਸੋਹਣੇ ਫੁੱਲ ਜਿਹੜੇ ਨੇ ਸਤਿਗੁਰੂ ਜੀ ਦੇ ਉੱਪਰ ਦੀ ਵਰਖਾ ਕੀਤੀ ਜਾ ਰਹੀ ਹੈ। ਉਪਰ ਡਾਰਤ ਜਾਤ ਬਿਮਾਨ, ਪਹੁੰਚੇ ਤੀਰ ਵਿਪਾਸਾ ਥਾਨ। ਇਵੇਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਬਿਆਸਾ ਦਰਿਆ ਦੇ ਕੰਢੇ ਤੇ, ਕਿਉਂਕਿ ਗੋਇੰਦਵਾਲ ਸਾਹਿਬ ਹੈ ਹੀ ਬਿਆਸਾ ਦਰਿਆ ਦੇ ਕੰਢੇ ਤੇ, ਪਾਣੀ ਥੋੜਾ ਦੂਰ ਵਗਦਾ ਸੀ, ਉੱਥੇ ਜਾ ਕੇ ਪਹੁੰਚ ਗਈ ਸੰਗਤ। ਸੰਗ ਹਜ਼ਾਰੋਂ ਨਰ ਕੀ ਪੀਰ, ਕਰੇ ਉਤਾਰਨ ਸਲਤਾ ਤੀਰ। ਹਜ਼ਾਰਾਂ ਲੋਕ ਇਕੱਠੇ ਹੋ ਗਏ ਨੇ ਔਰ ਜਾ ਕੇ ਦਰਿਆ ਦੇ ਕੰਢੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਨੂੰ ਉਤਾਰਿਆ ਗਿਆ ਹੈ। ਰਜ ਚੰਦਨ ਕੀ ਚਿਖਾ ਵਿਸਾਲਾ, ਗੁਰ ਤਨ ਤਿਸ ਪਰ ਧਰ ਤਤਕਾਲਾ। ਚਿਖਾ ਤਿਆਰ ਕੀਤੀ ਗਈ, ਸਤਿਗੁਰੂ ਜੀ ਦੇ ਸਰੀਰ ਨੂੰ ਉਸ ਚਿਖਾ ਤੇ ਬਿਰਾਜਮਾਨ ਕਰ ਦਿੱਤਾ ਗਿਆ। ਬਹੁ ਸੁਗੰਧ ਹਰ ਕ੍ਰਿਤ ਕੋ ਪਾਇਬ, ਸਤਿਗੁਰ ਅਮਰ ਨਾਮ ਸਿਮਰਾਇਬ। ਉਸ ਵੇਲੇ ਚਿਖਾ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਚੇਤੇ ਕਰਦਿਆਂ ਹੋਇਆਂ ਉਹ ਚਿਖਾ ਦੇ ਉੱਪਰ ਹੋਰ ਸੁਗੰਧੀ ਵਾਲੀਆਂ ਚੀਜ਼ਾਂ ਪਾ ਕੇ ਗੁਰੂ ਸਾਹਿਬ ਜੀ ਨੂੰ ਬਿਰਾਜਮਾਨ ਕਰ ਦਿੱਤਾ ਗਿਆ। ਅਗਨ ਮੋਹਰੀ ਕਰ ਮੈਂ ਧਾਰੀ, ਸਿਰ ਦਿਸ਼ ਦੇ ਬੁਨ ਸਭ ਦਿਸ਼ ਬਾਰੀ। ਔਰ ਬਾਬਾ ਮੋਹਰੀ ਜੀ ਗੁਰੂ ਕੇ ਪੁੱਤਰ ਨੇ। ਬਾਬਾ ਮੋਹਨ ਜੀ ਵੱਡੇ ਸਨ, ਉਹ ਕੁਝ ਮਸਤ ਸੁਭਾਅ ਵਾਲੇ ਸਨ, ਹਰ ਵੇਲੇ ਹਠ ਜੋਗ ਵਿੱਚ ਰਹਿੰਦੇ ਸਨ। ਬਾਬਾ ਮੋਹਰੀ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਅੰਗੀਠੇ ਨੂੰ ਉਸ ਵੇਲੇ ਅਗਨੀ ਦਿਖਾਈ ਹੈ। ਨੀਰ ਵਿਪਾਸਾ ਕੀਨ ਇਸ਼ਨਾਨ, ਪਿਦ ਕੋ ਕਰਿਓ ਤਿਲਾ ਜੁਲਦਾਨ। ਉਸ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਸਾਰਾ ਇਹ ਪਰਿਵਾਰ ਜਿਹੜਾ ਹੈ ਉਹ ਵਾਪਸ ਗੋਇੰਦਵਾਲ ਸਾਹਿਬ ਜੀ ਵਿੱਚ ਨਗਰੀ ਚ ਆ ਗਿਆ ਹੈ। ਦੇ ਦੇ ਮੰਦ ਮੰਦ ਚਲ ਆਏ, ਬੈਠਦਾ ਬਾਬਕਾ ਪਰ ਸਮੁਦਾਏ। ਸਾਰੀ ਸੰਗਤ ਸਤਿਗੁਰੂ ਜੀ ਦੇ ਪਾਵਨ ਸਰੀਰ ਦੇ ਸੰਸਕਾਰ ਤੋਂ ਬਾਅਦ ਬੌਲੀ ਸਾਹਿਬ ਜੀ ਦੇ ਨੇੜੇ ਆ ਕੇ ਜੁੜ ਗਈ ਹੈ। ਗੁਰਬਾਣੀ ਕੀਰਤਨ ਹੋ ਰਿਹਾ ਹੈ, ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ ਔਰ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਚੇਤੇ ਕੀਤਾ ਜਾ ਰਿਹਾ ਹੈ। ਗੁਣ ਗਨ ਸਿਮਰਹਿ ਸਭ ਗੁਰ ਘੇਰੇ, ਅਸ ਪ੍ਰਤਾਪਮ ਕਿਸੋ ਨ ਹੇਰੇ। ਗੁਰੂ ਸਾਹਿਬ ਜੀ ਦੇ ਗੁਣਾਂ ਨੂੰ
ਗੁਰੂ ਸਾਹਿਬ ਜੀ ਦੀ ਬਹੁਤ ਲੰਮੀ ਆਰਜਾ ਸੀ। ਇਵੇਂ ਕਹਿ ਲਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ 62 ਸਾਲ ਦੀ ਉਮਰ ਸੀ ਜਿਸ ਵੇਲੇ ਗੁਰੂ ਘਰ 'ਚ ਆਏ। ਉਦੋਂ ਬਾਅਦ ਉਹਨਾਂ ਨੇ 10-12 ਸਾਲ ਸੇਵਾ ਵੀ ਕੀਤੀ। ਤਕਰੀਬਨ 95-96 ਸਾਲ ਸਰੀਰਕ ਤੌਰ ਤੇ ਆਪ ਜੀ ਦੀ ਆਰਜਾ ਬਿਰਧ ਅਵਸਥਾ ਤੱਕ ਰਹੇ। ਭਾਵੇਂ ਸਰੀਰਕ ਤੌਰ ਤੇ ਬਿਰਧ ਹੋ ਗਏ ਸਨ, ਲੇਕਿਨ ਗੁਰਬਾਣੀ ਦਾ ਇੱਕ ਬਚਨ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਬੁਢੇਪੇ ਦਾ ਸੰਬੰਧ ਸਰੀਰ ਦੀ ਉਮਰ ਦੇ ਨਾਲ ਨਹੀਂ ਹੈ, ਬੁਢੇਪੇ ਦਾ ਸੰਬੰਧ ਮਨੁੱਖ ਦੀ ਮਨੋ ਅਵਸਥਾ ਦੇ ਨਾਲ ਹੈ। ਇੱਕ ਵਿਦਵਾਨ ਕਹਿੰਦਾ ਹੈ ਕਿ ਲਾਈਫ ਜਿਹੜੀ ਹੈ ਉਹ ਮਾਈਂਡ ਦੇ ਨਾਲ ਸੰਬੰਧ ਕਰਦੀ ਕਿ ਤੁਹਾਡੇ ਮਨ ਦੀ ਅਵਸਥਾ ਕੀ ਹੈ। ਕਈ ਉਹ ਵੀ ਲੋਕ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ। ਜਿਹੜੇ ਬੰਦੇ ਮਨਮੁਖ ਦਾ ਅਰਥ ਹੈ ਕਿ ਰੱਬੀ ਰਜਾ ਤੋਂ ਉਲਟ ਚਿੰਤਾਵਾਂ 'ਚ ਰਹਿਣਾ, ਨਾਸਤਕ ਨੈਗੇਟਿਵ ਬਿਰਤੀ ਵਾਲੇ, ਉਹ ਜਵਾਨੀ 'ਚ ਹੀ ਬਿਰਧਾਂ ਵਰਗੇ ਹੁੰਦੇ ਨੇ, ਜਵਾਨੀ 'ਚ ਹੀ ਨਿਰਾਸ਼ ਤੁਰੇ ਫਿਰਦੇ ਨੇ। ਪਰ ਦੇਖੋ ਨਾ, ਜਦੋਂ ਅਸੀਂ ਪਰਉਪਕਾਰੀ ਲੋਕਾਂ ਦਾ ਜੀਵਨ ਪੜ੍ਹਦੇ ਹਾਂ, ਬਾਬਾ ਦੀਪ ਸਿੰਘ ਜੀ ਦੀ 80-84 ਸਾਲ ਦੀ ਉਮਰ, ਜਦੋਂ ਏਡੀ ਵੱਡੀ ਉਹ ਲੜਾਈ ਲੜ ਰਹੇ ਨੇ, ਅਬਦਾਲੀ ਦੀਆਂ ਫੌਜਾਂ ਦੇ ਨਾਲ ਟੱਕਰ ਲੈ ਰਹੇ ਨੇ, 84 ਸਾਲ ਦੀ ਉਮਰ 'ਚ ਕੋ ਖੰਡਾ ਖੜਕਾਏ, 62 ਸਾਲ ਦੀ ਉਮਰ 'ਚ ਕੋ ਗੁਰੂ ਕੀ ਹਜ਼ੂਰੀ 'ਚ ਆ ਕੇ 10-12 ਸਾਲ ਲਗਾਤਾਰ ਘਾਲਣਾ ਘਾਲੇ, ਏਡਾ ਵੱਡਾ ਗੁਰਮਤ ਦਾ ਗਿਆਨ। ਅਸੀਂ ਕਹਿੰਦੇ ਜੀ ਸਾਡੀ ਪੜ੍ਹਨ ਦੀ ਉਮਰ ਲੰਘ ਗਈ, ਹੁਣ ਤੇ ਵੇਲਾ ਲੰਘਿਆ। ਉਮਰ ਹਰ ਮੁਬਾਰਕ ਹੈ, ਕੋਈ ਵੀ ਉਮਰ ਕਦੀ ਵੀ ਮਾੜੀ ਨਹੀਂ ਹੈ। ਬਚਪਨ ਵੀ ਮੁਬਾਰਕ ਹੈ, ਜਵਾਨੀ ਵੀ ਮੁਬਾਰਕ ਹੈ, ਬਿਰਧ ਅਵਸਥਾ ਵੀ ਮੁਬਾਰਕ ਹੈ। ਸਿਰਫ ਜਿਉਣਾ ਹੋਣਾ ਚਾਹੀਦਾ ਹੈ, ਮਨੁੱਖ ਨੂੰ ਢੰਗ ਤਰੀਕਾ ਹੋਣਾ ਚਾਹੀਦਾ ਹੈ। ਦੇਖਦੇ ਹਾਂ ਜਿਨ੍ਹਾਂ ਨੂੰ ਜਿਉਣ ਦੀ ਜੁਗਤ ਆ ਜਾਂਦੀ ਹੈ, ਉਹ ਬੁਢੇਪੇ 'ਚ ਵੀ ਜਵਾਨਾਂ ਤੋਂ ਜ਼ਿਆਦਾ ਕੰਮ ਕਰ ਜਾਂਦੇ ਨੇ, ਮਰ ਕੇ ਮਰ ਜਾਂਦੇ ਨੇ। ਤੇ ਜਿਨ੍ਹਾਂ ਨੂੰ ਢੰਗ ਤਰੀਕਾ ਹੀ ਨਹੀਂ, ਉਹ ਜਵਾਨੀ 'ਚ ਬੁੱਢਿਆਂ ਵਾਂਗੂ ਤੁਰੇ ਫਿਰਦੇ, ਨਿਰਾਸ਼ ਰਹਿਣਾ, ਖਿਜੇ ਰਹਿਣਾ, ਜ਼ਿੰਦਗੀ ਨੂੰ ਬਰਬਾਦ ਕਰੀ ਜਾਣਾ। ਜ਼ਿੰਦਗੀ ਬੜੀ ਅਮੋਲ ਹੈ, ਇਹ ਮੁੜ ਕੇ ਨਹੀਂ ਮਿਲਣੀ। ਜ਼ਿੰਦਗੀ ਕਿੰਨਾ ਚਿਰ ਹੈ ਇਹ ਵੀ ਗੱਲ ਕੋ ਮਾਇਨੇ ਨਹੀਂ ਰੱਖਦੀ। ਜਦੋਂ ਸਵਾਸ ਸਾਡੇ ਸਰੀਰ ਵਿੱਚ ਸ਼ੁਰੂ ਹੁੰਦੇ ਨੇ ਤੇ ਜਦੋਂ ਦਿਲ ਦੀ ਧੜਕਣ ਬੰਦ ਹੁੰਦੀ ਹੈ, ਉਸ ਵਿਚਲੇ ਸਮੇਂ ਨੂੰ ਅਸੀਂ ਜ਼ਿੰਦਗੀ ਕਹਿੰਦੇ ਹਾਂ। ਉਹ ਕੋ ਕਿੰਨੇ ਸਾਲ ਜੀਉ ਗਿਆ ਇਹ ਗੱਲ ਕੋ ਬਹੁਤੀ ਮੈਟਰ ਨਹੀਂ ਕਰਦੀ, ਕਿਵੇਂ ਜੀਉ ਗਿਆ ਇਹ ਗੱਲ ਮਾਇਨੇ ਕਰਦੀ ਹੈ ਕਿ ਕਿਵੇਂ ਜੀਉ ਗਿਆ ਹੈ। ਇਸ ਕਰਕੇ ਉਹ ਕਿਵੇਂ ਜਿਉਣਾ ਹੈ, ਇਹਦੇ ਲਈ ਮਨੁੱਖ ਦੇ ਕੋਲ ਗਿਆਨ ਹੋਣਾ ਬੜਾ ਜ਼ਰੂਰੀ ਹੈ। ਮਨੁੱਖ ਤੇ ਬਹੁਤ ਹੀ ਵਡਭਾਗੀ ਹੈ। ਇਸ ਕਰਕੇ ਵਡਭਾਗੀ ਹੈ ਕਿ ਕੁਦਰਤ ਨੇ ਇਹਨੂੰ ਜ਼ਿੰਦਗੀ ਜਿਉਣ ਦੇ ਲਈ, ਜੀਵਨ ਸਿੱਖਣ ਦੇ ਲਈ ਸਾਧਨ ਬੜੇ ਦਿੱਤੇ ਨੇ। ਇਹਦੇ ਕੋਲ ਸਾਧਨ ਨੇ, ਪੰਛੀਆਂ ਕੋਲ ਸਾਧਨ ਨਹੀਂ ਹੈ, ਪਸ਼ੂਆਂ ਕੋਲ ਸਾਧਨ ਨਹੀਂ ਹੈ ਜਿੰਨੇ ਮਨੁੱਖ ਦੇ ਕੋਲ ਨੇ। ਲੇਕਿਨ ਮਨੁੱਖ ਦੇ ਕੋਲ ਜਿੰਨੇ ਸਾਧਨ ਨੇ, ਉਨਾ ਹੀ ਮਨੁੱਖ ਆਪਣੀ ਜ਼ਿੰਦਗੀ ਦੇ ਪ੍ਰਤੀ ਅਨਰਿਸਪੌਂਸਿਬਲ ਹੈ, ਗੈਰ ਜ਼ਿੰਮੇਵਾਰ ਹੈ। ਉਹ ਜ਼ਿੰਦਗੀ ਦੀ ਵੈਲਿਊ ਨੂੰ ਜਾਣਦਾ ਨਹੀਂ ਹੈ। ਜਿੰਨੀ ਮਨੁੱਖ ਦੇ ਅੰਦਰ ਸਮਰੱਥਾ ਹੈ, ਜਿੰਨਾ ਮਨੁੱਖ ਧਰਤੀ ਦੇ ਉੱਪਰ ਕੁਝ ਕਰ ਸਕਦਾ ਹੈ, ਕੋਈ ਹੋਰ ਸ਼੍ਰੇਣੀ ਨਹੀਂ ਕਰ ਸਕਦੀ। ਕੋਈ ਦੇਵਤਾ ਨਹੀਂ ਕਰ ਸਕਦਾ, ਕੋਈ ਤਪਸਵੀ ਨਹੀਂ ਕਰ ਸਕਦਾ, ਮਨੁੱਖ ਕਰ ਸਕਦਾ ਹੈ। ਲੇਕਿਨ ਮਨੁੱਖ ਨੂੰ ਆਪਣੀ ਉਸ ਸੰਭਾਵਨਾ ਦਾ, ਪੋਸਿਬਿਲਿਟੀ ਦਾ ਪਤਾ ਹੀ ਨਹੀਂ ਹੈ, ਉਹਨੂੰ ਸੋਝੀ ਨਹੀਂ ਹੈ। ਪਰਮਾਤਮਾ ਤੋਂ ਬਾਅਦ ਇਸ ਪਲੈਨਟ ਤੇ ਅਗਰ ਕੋਈ ਮਹਾਨ ਹੈ ਤੇ ਉਹ ਸਿਰਫ ਮਨੁੱਖ ਹੈ। ਕੋਈ ਦੇਵਤਾ ਮਹਾਨ ਨਹੀਂ ਹੈ, ਕੋਈ ਦੇਵੀ ਮਹਾਨ ਨਹੀਂ ਹੈ, ਮਨੁੱਖ ਮਹਾਨ ਹੈ। ਮਨੁੱਖ ਜਿਹੜਾ ਹੈ ਉਹ ਸਭ ਕੁਝ ਕਰ ਸਕਦਾ ਹੈ, ਪਰ ਜੇ ਮਨੁੱਖ ਨੂੰ ਪਤਾ ਹੋਏ ਕਿ ਮੈਂ ਮਨੁੱਖ ਹਾਂ, ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਪਰ ਜੇ ਨਾ ਪਤਾ ਹੋਏ, ਫਿਰ ਮਨੁੱਖ ਪਤਾ ਕਿਹੋ ਜਿਹਾ ਹੈ, ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਟੋਰ। ਜੇ ਅਸੀਂ ਆਏ ਹਾਂ, ਸਾਨੂੰ ਸਮਝ ਹੀ ਨਹੀਂ ਕਾਹਦੇ ਲਈ ਆਏ, ਅਸੀਂ ਕੀ ਕਰਨਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਦੂਸਰੀਆਂ ਜੂਨਾਂ ਵਰਗਾ ਹੀ ਹੈ, ਕੋਈ ਫਰਕ ਨਹੀਂ ਹੈ ਬਹੁਤਾ। ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ ਹੈ। ਦੇਖੋ ਮਨੁੱਖ ਪਤਾ ਕੀ ਕਹਿੰਦਾ ਹੈ, ਮੈਂ ਜੀ ਬੜਾ ਮਹਾਨ ਹਾਂ, ਮੈਂ ਕੱਪੜੇ ਬੜੇ ਵਧੀਆ ਪਾਉਣਾ, ਮੈਂ ਤੇ ਭੋਜਨ ਕਈ ਤਰ੍ਹਾਂ ਦੇ ਖਾਣਾ, ਬ੍ਰਾਂਡਡ ਕੰਪਨੀਆਂ ਦੇ ਭੋਜਨ ਕੱਪੜੇ ਮੈਂ ਵਰਤਦਾ ਹਾਂ। ਮਨੁੱਖ ਅਰਬਾਂ ਰੁਪਈਆਂ ਦੇ ਕੱਪੜੇ ਪਾ ਕੇ ਸੜਕ ਤੇ ਤੁਰਿਆ ਜਾਏ, ਕਦੀ ਕੋਈ ਪੰਛੀ ਤੇ ਪਸ਼ੂ ਇਹਦੇ ਵੱਲ ਖਲੋ ਕੇ ਨਹੀਂ ਦੇਖੇਗਾ, ਕਦੀ ਨਹੀਂ ਦੇਖੇਗਾ। ਅਰਬਪਤੀ ਮਨੁੱਖ ਸੜਕ ਤੇ ਤੁਰਿਆ ਜਾਏ, ਕਿਤੇ ਕੋਈ ਰੱਬ ਦਾ ਬਣਾਇਆ ਮੋਰ ਪੈਲ ਪਾਉਂਦਾ ਹੋਏ ਨਾ, ਉਹ ਦੇਖਣ ਲਈ ਮਜਬੂਰ ਹੋ ਜਾਂਦਾ ਹੈ। ਅਸੀਂ ਭਾਵੇਂ ਧਰਤੀ ਤੋਂ ਇਹਨਾਂ ਜੂਨਾਂ ਨੂੰ ਖਤਮ ਕਰਨ ਲਈ ਲੱਕ ਬੰਨਿਆ ਹੋਇਆ, ਪਰ ਫਿਰ ਵੀ ਉਹਨਾਂ ਨੂੰ ਦੇਖਣ ਲਈ ਅਸੀਂ ਚਿੜੀਆ ਘਰ ਬਣਾਏ ਹੋਏ ਨੇ ਕਿ ਚਲੋ ਇਹਨਾਂ ਭੀੜਾਂ ਦੇ ਵਿੱਚ ਚਿੜੀਆ ਘਰ 'ਚ ਹੀ ਜਾ ਕੇ ਦੇਖ ਲਾਂਗੇ। ਉਹਨਾਂ ਦੀ ਸੁੰਦਰਤਾ ਦੇਖ ਕੇ ਅਸੀਂ ਦੰਗ ਰਹਿ ਜਾਂਦੇ ਹਾਂ। ਜਿੰਨੀ ਸੁੰਦਰਤਾ ਪੰਛੀਆਂ ਨੂੰ ਰੱਬ ਨੇ ਦਿੱਤੀ ਹੈ, ਜਿੰਨੀ ਸੋਹਣੀ ਪੋਸ਼ਾਕ, ਮਨੁੱਖ ਜਿੰਨੀ ਮਰਜ਼ੀ ਮਹਿੰਗੀ ਪੋਸ਼ਾਕ ਪਹਿਨ ਲਏ, ਉਹ ਰੋਜ਼ ਬਦਲਣੀ ਪੈਂਦੀ ਹੈ, ਧੋਣੀ ਪੈਂਦੀ। ਨਹੀਂ ਧੋਵਾਂਗੇ ਉਹ 'ਚੋਂ ਫਿਰ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਪਸੀਨੇ ਦੇ ਨਾਲ ਮੈਲੀ ਹੋ ਜਾਂਦੀ ਹੈ, ਉਹ ਆਖਰ ਆਪਾਂ ਨੂੰ ਬਦਲਣੀ ਵੀ ਪੈਂਦੀ ਹੈ। ਲੇਕਿਨ ਪਸ਼ੂਆਂ ਪੰਛੀਆਂ ਦੀ ਪੋਸ਼ਾਕ ਤੇ ਉਹੀ ਨਿਤ ਨਵੀਂ ਹੈ,
ਕਦੀ ਇਹ ਸੋਚਿਆ ਕਿ ਅੱਜ ਮੋਰ ਨਹਾ ਕੇ ਆਏਗਾ ਤੇ ਬਹੁਤਾ ਸੋਹਣਾ ਲੱਗੇਗਾ, ਇਹ ਕੱਪੜੇ ਬਦਲ ਗਿਆ ਕਿ ਸੋਹਣਾ ਲੱਗੇਗਾ? ਕਰੋੜਪਤੀ ਬੰਦਾ ਵੀ ਜਿਹੜਾ ਨਾ ਉਹ ਮੋਰ ਨੂੰ ਦੇਖਣ ਲਈ ਮਜਬੂਰ ਹੋ ਜਾਏਗਾ। ਔਰ ਬੜੇ ਬੜੇ ਸੋਹਣੇ ਪੰਛੀ ਨੇ ਪ੍ਰਕਿਰਤੀ ਦੇ ਅੰਦਰ। ਮਨੁੱਖ ਕਹਿੰਦਾ ਜੀ ਖਾਂਦਾ ਬੜਾ ਸੋਹਣਾ ਮੈਂ। ਮਨੁੱਖ ਜਿੰਨੇ ਮਰਜੀ 36 ਨਹੀਂ 3600 ਪ੍ਰਕਾਰ ਦੇ ਭੋਜਨ ਖਾ ਲਏ, ਲੇਕਿਨ ਪੰਛੀਆਂ ਵਰਗਾ ਵਧੀਆ ਭੋਜਨ ਨਹੀਂ ਖਾ ਸਕਦਾ। ਜਿੰਨੇ ਤਾਜ਼ਾ ਮੇਵੇ ਪੰਛੀ ਖਾਂਦੇ ਨੇ, ਮਨੁੱਖ ਨੂੰ ਤੇ ਪਤਾ ਨਹੀਂ ਕੀ ਮਿਲਦਾ। ਮੰਡੀਆਂ 'ਚ ਜ਼ਹਿਰ ਹੀ ਵਿਕ ਰਿਹਾ ਅੱਜ ਕੱਲ੍ਹ। ਆਪਾਂ ਕੀ ਦੇਖਦੇ ਹਾਂ? ਹੈਰਾਨੀ ਹੋਈ। ਮੈਂ ਪਾਕਿਸਤਾਨ ਗਿਆ ਪਿਛਲੇ ਸਾਲ, ਤੇ ਪਾਕਿਸਤਾਨ ਦੇ ਲੋਕਾਂ ਨੇ ਇੱਕ ਦਾਅਵੇ ਨਾਲ ਗੱਲ ਕਹੀ ਕਿ ਜਿੰਨਾ ਵਧੀਆ ਫਰੂਟ ਅਸੀਂ ਖਾਂਦੇ ਹਾਂ ਤੁਹਾਨੂੰ ਹਿੰਦੁਸਤਾਨ 'ਚ ਨਹੀਂ ਮਿਲ ਸਕਦਾ। ਆਰਗੈਨਿਕ ਫਰੂਟ ਹੈ ਸਾਡੇ, ਕੋਈ ਅਸੀਂ ਕੈਮੀਕਲ ਨਹੀਂ ਪਾਉਂਦੇ, ਕੋਈ ਅਸੀਂ ਦਵਾਈ ਨਹੀਂ ਪਾਉਂਦੇ। ਤੇ ਆਪਣੇ ਮੁਲਕ 'ਚ ਲੱਭ ਕੇ ਦੱਸੋ ਤੁਸੀਂ। ਪਹਿਲਾਂ ਤੇ ਉਹ ਫਰੂਟ ਪੈਦਾ ਕਰਨ ਵਾਲੇ, ਸਬਜ਼ੀਆਂ ਪੈਦਾ ਕਰਨ ਵਾਲੇ ਰੱਜ ਕੇ ਇਹੋ ਜਿਹੇ ਕੰਮ ਕਰਦੇ, ਫਿਰ ਖਰੀਦਣ ਵਾਲੇ ਉਦੋਂ ਫਰਿੱਜਾਂ 'ਚ ਲੱਗੇ ਰਹਿੰਦੇ ਨੇ। ਅਸੀਂ ਤੇ ਜੋ ਖਾਂਦੇ ਹਾਂ ਜ਼ਹਿਰ ਖਾਂਦੇ ਹਾਂ। ਸਾਡੇ ਰੋਗਾਂ ਦਾ ਕਾਰਨ ਸਾਡਾ ਖਾਣਾ ਪੀਣਾ ਹੈ। ਪਸ਼ੂ ਪੰਛੀ ਕਿਉਂ ਤੰਦਰੁਸਤ ਨੇ? ਉਹ ਚੀਜ਼ ਉਹ ਖਾਂਦੇ ਹੀ ਨਹੀਂ ਜਿਹੜੀ ਉਹਨਾਂ ਦੇ ਸਰੀਰ ਦੇ ਅਨੁਕੂਲ ਨਾ ਹੋਏ। ਤੇ ਮਨੁੱਖ ਜਿਹੜਾ ਕਹਿੰਦਾ ਮੈਂ ਤੇ ਬਹੁਤ ਪੜ੍ਹਿਆ, ਮੇਰੇ ਕੋਲ ਬੜੀਆਂ ਡਿਗਰੀਆਂ ਨੇ, ਬੜੇ ਬੱਚੇ ਉਹਦੇ ਤੇ ਐ, ਉਹਨੂੰ ਪਤਾ ਉਹਦੇ ਸਾਹਮਣੇ ਉਹ ਚੀਜ਼ ਪਈ ਜਿੱਤੇ ਲਿਖਿਆ ਸਿਹਤ ਲਈ ਹਾਨੀਕਾਰਕ ਹੈ, ਲਿਖਿਆ ਹੈ। ਬੰਦਾ ਪੜ੍ਹ ਸਕਦਾ, ਬੰਦਾ ਪੀ ਜਾਂਦਾ, ਕਹਿੰਦਾ ਮੈਂ ਬੜਾ ਸਿਆਣਾ, ਮੈਂ ਬੜਾ ਜੈਂਟਲਮੈਨ ਆ। ਫਿਰ ਇਹ ਮਨੁੱਖ ਕਿੱਥੋਂ ਹੋਇਆ? ਇਹ ਤਾਂ ਪਸ਼ੂਆਂ ਤੋਂ ਵੀ ਨੀਵਾਂ ਹੋ ਗਿਆ। ਇਸ ਕਰਕੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਬੜੀ ਪਿਆਰੀ, ਕਹਿਣਗੇ ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਵਿੱਚ ਤੇ ਮਨੁੱਖ 'ਚ ਕੀ ਅੰਤਰ ਹੈ ਜੀ? ਕਹਿੰਦੇ ਸਿਰਫ ਸ਼ਬਦ ਤੇ ਸੁਰਤ ਦਾ, ਵਿਵੇਕ ਤੇ ਅਵਿਵੇਕ ਦਾ। ਕਹਿਣਗੇ ਪਸ਼ੂਆ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਪਸ਼ੂ ਖੁੱਲ ਜਾਏ ਨਾ ਕਿਤੇ ਖੁਰਲੀ ਤੋਂ, ਸੰਗਲ ਰੱਸਾ ਤੁੜਾ ਲਏ, ਉਹਨੂੰ ਆਵਾਜ਼ ਮਾਰੋ ਰੁਕਦਾ ਨਹੀਂ ਹੈ। ਫਿਰ ਅਸੀਂ ਉਹਨੂੰ ਫੜਦੇ ਹਾਂ ਰੱਸੇ ਨੂੰ, ਸੰਗਲ ਨੂੰ, ਉਹ ਤਗੜਾ ਹੋਊਗਾ ਤੇ ਤੁਹਾਨੂੰ ਵੀ ਖਿੱਚ ਕੇ ਖੇਤ ਵੱਲ ਨੂੰ ਚਲਿਆ ਜਾਏਗਾ। ਉਹ ਹਰੀ ਹਰੀ ਖੇਤੀ ਵੱਲ ਨੂੰ ਜਾਂਦਾ, ਉਹਦਾ ਸੁਭਾਅ ਹੈ। ਪਰ ਮਨੁੱਖ ਤੇ ਜਿਹੜਾ ਹੈ ਨਾ, ਇਹ ਸਮਝਦਾ ਹੈ ਗੱਲ ਨੂੰ। ਤੁਰਿਆ ਜਾਂਦਾ, ਬੰਦੇ ਨੂੰ ਆਵਾਜ਼ ਮਾਰੀਏ ਨਾ ਲੈ ਕੇ ਉਸ ਵੇਲੇ ਖਲੋ ਜਾਂਦਾ ਹੈ। ਹਾਂਜੀ ਦੱਸੋ ਕੀ ਗੱਲ ਹੈ? ਉਹ ਸਮਝਦਾ ਗੱਲ ਨੂੰ ਜਿਹਨੂੰ ਕਹੀ ਜਾਂਦੀ। ਉਹ ਮੰਨਦਾ ਜਾਂ ਨਹੀਂ ਮੰਨਦਾ ਗੱਲ ਵੱਖਰੀ, ਪਰ ਉਹ ਸਮਝਦਾ। ਪਸ਼ੂ ਸ਼ਬਦਹੀਨ ਜਿਹਬਾ ਨਾ ਬੋਲ ਸਕੈ, ਮਾਨਸ ਜਨ ਬੋਲੇ ਬਚਨ ਅਨੇਕ ਹੈ। ਪਸ਼ੂ ਜਿਹੜਾ ਹੈ ਨਾ ਉਹ ਸ਼ਬਦ ਤੋਂ ਹੀਣਾ ਹੈ, ਕੋਈ ਸ਼ਬਦ ਨਹੀਂ ਬੋਲਦਾ ਕੋਈ। ਜੋ ਪਸ਼ੂ ਹਿੰਦੁਸਤਾਨ ਦਾ ਬੋਲੇਗਾ ਉਹੀ ਪਾਕਿਸਤਾਨ ਦਾ, ਉਹੀ ਅਮਰੀਕਾ ਕੈਨੇਡਾ ਇੰਗਲੈਂਡ ਦਾ ਬੋਲੇਗਾ। ਮਨੁੱਖ ਇੱਥੇ ਬੈਠਾ, ਇਹਦੀ ਬੋਲੀ ਕੁਝ ਹੋਰ ਹੈ। ਪਾਕਿਸਤਾਨ ਚਲ ਜਾਓ, ਈਰਾਨ ਚਲ ਜਾਓ, ਅਫਗਾਨਿਸਤਾਨ ਚਲ ਜਾਓ, ਅੱਗੇ ਤੁਰੇ ਜਾਓ, ਯੂਰਪ ਚਲ ਜਾਓ, ਅਮਰੀਕਾ ਚਲ ਜਾਓ, ਹਰ ਥਾਂ ਦੀ ਬੋਲੀ ਵੱਖਰੀ ਵੱਖਰੀ ਹੈ। ਤੇ ਮਨੁੱਖ ਜਿੱਥੇ ਜਾਂਦਾ ਉੱਥੋਂ ਦੀ ਬੋਲੀ ਸਿੱਖ ਜਾਂਦਾ, ਬੋਲਣੀ ਸਿੱਖ ਲੈਂਦਾ ਬੋਲੀ। ਮਾਨਸ ਜਨ ਬੋਲੇ ਬਚਨ ਅਨੇਕ ਹੈ। ਅਖੀਰ ਤੇ ਭਾਈ ਸਾਹਿਬ ਜੀ ਨੇ ਤੱਤ ਕੱਢਿਆ, ਕਹਿੰਦੇ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ। ਇਹ ਬੰਦਾ ਜਿਹੜਾ ਸ਼ਬਦ ਸੁਣ ਸਕਦਾ ਹੈ, ਬੋਲ ਸਕਦਾ ਹੈ, ਇਹ ਸ਼ਬਦ ਨੂੰ ਸੁਣ ਕੇ, ਕਿਉਂਕਿ ਪਸ਼ੂ ਸਮਝ ਨਹੀਂ ਸਕਦਾ, ਮਨੁੱਖ ਸਮਝ ਸਕਦਾ ਹੈ। ਸ਼ਬਦ ਨੂੰ ਸੁਣ ਕੇ ਸਮਝ ਕੇ ਜੇ ਤੇ ਕਰੇ ਗਿਆਨ ਦੀ ਗੱਲ, ਫਿਰ ਤੇ ਇਹ ਸਿਆਣਾ ਹੈ। ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਜੇ ਸਾਹਮਣੇ ਦੇਖਦਾ ਲਿਖਿਆ ਹੋਇਆ ਕਿ ਸਿਹਤ ਲਈ ਹਾਨੀਕਾਰਕ ਹੈ, ਜੇ ਇਹਨੂੰ ਸਮਝਾਇਆ ਵੀ ਜਾ ਰਿਹਾ ਕਿ ਇਹ ਗੱਲ ਹਾਨੀਕਾਰਕ ਹੈ, ਫਿਰ ਬੰਦਾ ਕਰ ਰਿਹਾ ਹੈ, ਤੇ ਭਾਈ ਸਾਹਿਬ ਕਹਿੰਦੇ ਵੀ ਤੇ ਪਸ਼ੂ 'ਚ ਕੀ ਫਰਕ ਹੋਇਆ? ਪਸ਼ੂ ਨੂੰ ਸਮਝ ਨਹੀਂ ਪਈ, ਉਹ ਤਾਂ ਮਾੜਾ ਕੰਮ ਕਰੇ, ਸਮਝਦੇ ਹੋਏ ਵੀ ਕਰੀ ਜਾ ਰਹੇ, ਤੇ ਉਦੋਂ ਵੀ ਨੀਵਾਂ ਚਲਿਆ ਗਿਆ। ਮਨੁੱਖਾ ਜ਼ਿੰਦਗੀ ਇੰਨੀ ਮਹਾਨ ਹੈ, ਜੇ ਮਨੁੱਖ ਨੂੰ ਪਤਾ ਲੱਗ ਜਾਏ। ਇਹ ਮਨੁੱਖ ਹੈ ਜਿਹਨੇ ਵੱਡੇ ਵੱਡੇ ਦਰਿਆਵਾਂ ਨੂੰ ਬੰਨ੍ਹ ਲਿਆ। ਮਨੁੱਖ ਹੈ ਜਿਹੜਾ ਦੂਸਰੀਆਂ ਧਰਤੀਆਂ ਤੇ ਪਹੁੰਚ ਗਿਆ। ਇਹ ਮਨੁੱਖ ਇਸ ਜ਼ਿੰਦਗੀ 'ਚ ਰੱਬ ਬਣ ਸਕਦਾ ਹੈ। ਰੱਬ ਬਣ ਲਈ ਆਇਆ, ਰੱਬ ਬਣ ਸਕਦਾ ਹੈ। ਮਨੁੱਖ ਰੱਬ ਬਣ ਲਈ ਆਇਆ। ਤੇ ਗੁਰਬਾਣੀ ਨੇ ਮਨੁੱਖ ਨੂੰ ਇਹਦੀ ਜ਼ਿੰਦਗੀ ਦੀ ਵੈਲਿਊ ਦੱਸੀ ਹੈ ਕਿ ਤੂੰ ਮਾਮੂਲੀ ਇਨਸਾਨ ਨਹੀਂ ਹੈ। ਇਹ ਗੱਲ ਵੱਖਰੀ ਕਿ ਧਾਰਮਿਕ ਲੋਕਾਂ ਨੇ ਇਹਦੇ ਅੰਦਰ ਹੀਣ ਭਾਵਨਾ ਪੈਦਾ ਕਰ ਦਿੱਤੀ, ਇਹਦੇ ਅੰਦਰ ਸਹਿਮ ਪੈਦਾ ਕਰਤਾ, ਸਿਰਫ ਮੱਥੇ ਟਿਕਾਉਣ ਲਈ, ਹੋਰ ਕੋਈ ਕਾਰਨ ਨਹੀਂ। ਉਹਨਾਂ ਦਾ ਸਵਾਰਥ ਹੈ ਕਿ ਲੋਕਾਂ ਦੀ ਜਿਹੜੀ ਦਸਾਂ ਨਾਵਾਂ ਦੀ ਕਿਰਤ ਨੂੰ ਮੱਥੇ ਟਿਕਾ ਟਿਕਾ ਕੇ ਲੁੱਟੀ ਚਲੇ ਜਾਓ। ਇੱਥੇ ਨਹਾ ਲਓ, ਇੱਥੇ ਦਾਨ ਕਰ ਦਿਓ, ਇੱਥੇ ਦੇ ਦਿਓ। ਵਿਰੜ ਲੋਕ ਕਿਰਤੀਆਂ ਦੀ ਪੂਜਾ ਤੇ ਪਲ ਰਹੇ ਨੇ। ਗੁਰਮਤਿ ਨੇ ਮਾਰਗ ਨਹੀਂ ਦਿੱਤਾ। ਗੁਰਬਾਣੀ ਕਹਿੰਦੀ ਰੱਬ ਨੂੰ ਮਿਲਣੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰਮਤਿ ਨੇ ਮਨੁੱਖ ਨੂੰ ਮਨੁੱਖ ਦੀ ਜ਼ਿੰਦਗੀ ਦੀ ਵੈਲਿਊ ਦੱਸੀ ਹੈ, ਸਮਰੱਥਾ ਦੱਸੀ ਹੈ, ਜ਼ਿੰਦਗੀ ਨੂੰ ਸੰਭਾਲਣ ਦੀ ਗੱਲ ਕਹੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹਨੇ ਤੁਸੀਂ ਭਲੇ ਕੰਮ, ਮਨੁੱਖ ਇਸ ਧਰਤੀ ਤੇ ਕੁਝ ਸਿਰਜਣਾ ਕਰਨ ਲਈ ਆਇਆ ਹੈ। ਰੱਬ ਨੇ ਆਪਣਾ ਨੁਮਾਇੰਦਾ ਬਣਾ ਕੇ ਮਨੁੱਖ ਨੂੰ ਭੇਜਿਆ। ਰੱਬ ਨੇ ਨਹੀਂ ਧਰਤੀ ਤੇ ਕੁਝ ਵੀ ਬਣਾਉਣ ਆਉਣਾ, ਉਹ ਗੱਲ ਵੱਖਰੀ। ਅਸੀਂ ਕਹਿੰਦੇ ਜੀ ਰੱਬ ਹੀ ਮਿਹਰ ਕਰੇਗਾ, ਮਿਹਰ ਤੇ ਰੱਬ ਦੀ ਨਾਲ ਸਾਨੂੰ ਜ਼ਿੰਦਗੀ ਮਿਲੀ ਹੈ। ਇਸ ਕਰਕੇ ਰੱਬ ਨੇ ਸਾਨੂੰ ਸੋਝੀ ਦਿੱਤੀ ਹੈ।
ਰੱਬ ਨੇ ਸਾਨੂੰ ਸਾਧਨ ਦਿੱਤੇ, ਗੁਰਬਾਣੀ ਦਿੱਤੀ, ਧਰਮ ਗ੍ਰੰਥ ਦਿੱਤੇ ਨੇ, ਰਹਿਬਰ ਦਿੱਤੇ ਨੇ। ਹੁਣ ਜੇ ਮਨੁੱਖ ਉਸ ਮਾਰਗ ਤੇ ਚੱਲੇਗਾ ਹੀ ਨਹੀਂ ਤੇ ਫਿਰ ਇਹਦੇ ਵਿੱਚ ਰੱਬ ਦਾ ਤੇ ਕੋਈ ਕਸੂਰ ਨਹੀਂ ਨਾ। ਰੱਬ ਤੇ ਹੀ ਕੁਝ ਕਰ ਸਕਦਾ ਹੈ। ਰੱਬ ਨੇ ਸਾਧਨ ਦੇ ਦਿੱਤੇ ਨੇ, ਵਰਤਣੇ ਮਨੁੱਖ ਨੇ। ਮਨੁੱਖ ਇਸ ਧਰਤੀ ਤੇ ਕੁਝ ਕਰਨ ਦੇ ਲਈ ਆਇਆ ਸੀ। ਉਹ ਇਹ ਨਹੀਂ ਕਿ ਪੈਸੇ ਇਕੱਠੇ ਕਰਨ ਲਈ ਆਇਆ ਸੀ। ਪੈਸੇ ਇਕੱਠੇ ਕਰਨ ਵਾਲੇ ਬਹੁਤ ਆਏ ਧਰਤੀ ਤੇ, ਪਰ ਇੱਕ ਦਮੜੀ ਨਹੀਂ ਨਾਲ ਲੈ ਕੇ ਗਏ, ਇੱਥੇ ਹੀ ਛੱਡ ਗਏ ਨੇ। ਪਰ ਬੰਦਾ ਸੋਚਦਾ ਜੀ ਪੈਸੇ ਇਕੱਠੇ ਕਰ ਲਓ, ਜ਼ਿੰਦਗੀ 'ਚ ਵੱਧ ਤੋਂ ਵੱਧ ਕਿਰਤ ਕਰਨਾ ਸਾਡਾ ਹੱਕ ਹੈ, ਡਿਊਟੀ ਹੈ, ਫਰਜ਼ ਹੈ। ਪਰ ਕਿਰਤ ਦਾ ਅਰਥ ਪੈਸੇ ਇਕੱਠੇ ਕਰਨ ਤੋਂ ਨਹੀਂ ਸੀ। ਕਿਰਤ ਦਾ ਅਰਥ ਗੁਜਰਾਨ ਤੋਂ ਸੀ ਕਿ ਰੋਟੀ ਖਾਣੀ ਹੈ, ਜਿਉਣਾ, ਤੇ ਕਿਰਤ ਜ਼ਰੂਰੀ ਹੈ। ਮਨੁੱਖ ਇਸ ਧਰਤੀ ਕੋ ਡਿਗਰੀਆਂ ਲੈਣ ਲਈ ਵੀ ਨਹੀਂ ਆਇਆ। ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਰੁਲਦੇ ਦੇਖੇ ਨੇ, ਬਾਅਦ ਵਿੱਚ ਕੋਈ ਨਹੀਂ ਪੁੱਛਦਾ। ਡਿਗਰੀਆਂ ਹੋਣੀਆਂ ਚਾਹੀਦੀਆਂ ਨੇ, ਚੰਗੀ ਗੱਲ ਹੈ, ਪਰ ਡਿਗਰੀਆਂ ਦੇ ਨਾਲ ਸਮਾਜ ਨੂੰ ਤੇ ਵਧੀਆ ਬਣਾਈਏ ਨਾ। ਅੱਜ ਅਸੀਂ ਕਹਿੰਦੇ ਐਜੂਕੇਸ਼ਨ ਦਾ ਯੁੱਗ ਹੈ ਜੀ, ਬੜੀਆਂ ਯੂਨੀਵਰਸਿਟੀਆਂ ਨੇ, ਬੜੇ ਕਾਲਜ ਨੇ, ਬੜੇ ਡਾਕਟਰ ਨੇ, ਬੜੇ ਇੰਜੀਨੀਅਰ ਨੇ, ਬੜੇ ਬੁੱਧੀਜੀਵੀ ਨੇ, ਬੜੇ ਬੜੇ ਤਗੜੇ PhD ਕੀਤੀ ਹੋਈ ਹੈ। ਵੀ ਸਾਡਾ ਸਮਾਜ ਕਿੰਨਾ ਕੁ ਵਧੀਆ ਬਣ ਗਿਆ, ਕਿੰਨਾ ਕੁ ਅਸੀਂ ਗਰੀਬੀ ਨੂੰ ਦੂਰ ਕਰ ਸਕੇ ਹਾਂ। ਸਾਡੀਆਂ ਉਹਨਾਂ ਡਿਗਰੀਆਂ ਨੇ ਸਮਾਜ ਦੇ ਵਿੱਚ ਕਿੰਨੀ ਕੁ ਨੈਤਿਕਤਾ ਪੈਦਾ ਕੀਤੀ ਹੈ। ਅਸੀਂ ਕਿੰਨੇ ਕੁ ਵਧੀਆ ਜੀਵਨ ਜਿਉਣ ਲੱਗ ਪਏ ਹਾਂ। ਆਪਾਂ ਅੱਜ ਤੋਂ 50 ਸਾਲ ਪਹਿਲਾਂ, 100 ਸਾਲ ਪਹਿਲਾਂ ਜਦੋਂ ਡਿਗਰੀਆਂ ਨਹੀਂ ਸਨ, ਉਹਨਾਂ ਬਜ਼ੁਰਗਾਂ ਨਾਲੋਂ ਕਿੰਨੇ ਕੁ ਜ਼ਿਆਦਾ ਸੁਖੀ ਆਪਾਂ ਇਹ ਤੇ ਮੁਲਾਂਕਣ ਕਰਿਆ ਕਰੀਏ ਬੈਠ ਕੇ ਕਿ ਇਹ ਡਿਗਰੀਆਂ ਨੇ ਸਾਡੇ ਸਮਾਜ ਨੂੰ ਕੀ ਦਿੱਤਾ। ਡਿਗਰੀਆਂ ਹੋਣੀਆਂ ਚਾਹੀਦੀਆਂ ਨੇ, ਐਜੂਕੇਸ਼ਨ ਹੋਣੀ ਚਾਹੀਦੀ ਹੈ। ਪਰ ਇਹ ਗੁਰਬਾਣੀ ਕਹਿੰਦੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਹੋਣੀ ਚਾਹੀਦੀ ਹੈ, ਪਰ ਜੇ ਵਿਦਿਆ ਦੀ ਵਿਚਾਰ ਹੀ ਨਹੀਂ ਕੀਤੀ, ਕਾਹਦੇ ਲਈ ਹੈ? ਜੇ ਇਹ ਡਿਗਰੀਆਂ ਸਿਰਫ ਲੋਕਾਂ ਦੀਆਂ ਜੇਬਾਂ ਕੱਟਣ ਦੇ ਲਈ ਨੇ, ਸਿਰਫ ਲੋਕਾਂ ਦੀ ਦਸਾਂ ਦੀ ਕਿਰਤ ਨੂੰ ਲੁੱਟਣ ਦੇ ਲਈ ਨੇ। ਇੱਕ ਬੰਦਾ ਸੜਕ ਤੇ ਬੈਠ ਕੇ ਕਿਸੇ ਨੂੰ ਰਾਹ ਜਾਂਦਿਆਂ ਲੁੱਟ ਲੈਂਦਾ ਹੈ, ਇੱਕ ਦਫ਼ਤਰ 'ਚ ਬੈਠ ਕੇ ਕਲਮ ਨਾਲ ਲੁੱਟ ਲਿਆ। ਦੋਵਾਂ 'ਚ ਕੀ ਅੰਤਰ ਹੈ? ਉਹ ਬਰਾਬਰ ਹੀ ਨੇ ਦੋਵੇਂ, ਕੋਈ ਫਰਕ ਨਹੀਂ। ਉਹ ਵੀ ਲੁਟੇਰਾ ਹੈ ਤੇ ਉਦੋਂ ਵੱਡਾ ਲੁਟੇਰਾ ਹੈ। ਅੱਜ ਦਫ਼ਤਰਾਂ 'ਚ ਬੈਠ ਕੇ ਲੁੱਟੀ ਜਾਂਦੇ ਨੇ। ਦੇਖੋ ਨਾ, ਲੱਖ ਲੱਖ 1.5 ਲੱਖ ਰੁਪਈਆ ਤਨਖਾਹ ਲੈਂਦੇ ਨੇ। ਇੱਕ ਗਰੀਬ ਆਪਣਾ ਕੰਮ ਕਰਾਉਣ ਆ ਜੇ, ਕਹਿੰਦੇ ਹੋਣਾ ਹੀ ਨਹੀਂ, ਵਿੱਚ 500 ਦਾ ਨੋਟ ਪਾ ਦਿਓ, ਝੱਟ ਹੋ ਜਾਂਦਾ ਹੈ। ਉਹ ਰੱਜਦੇ ਹੀ ਨਹੀਂ ਜਿਹੜੇ ਦਫ਼ਤਰਾਂ 'ਚ ਬੈਠੇ ਨੇ। ਇਹਦਾ ਮਤਲਬ ਕਿ ਇਹ ਡਿਗਰੀਆਂ ਨੇ ਜੇ ਤੇ ਸਮਾਜ 'ਚ ਨੈਤਿਕਤਾ ਪੈਦਾ ਕੀਤੀ ਹੈ, ਸ਼ਿਸ਼ਟਾਚਾਰ ਪੈਦਾ ਕੀਤਾ, ਡਿਗਰੀਆਂ ਮੁਬਾਰਕ ਨੇ। ਨਹੀਂ ਤੇ ਇਹ ਡਿਗਰੀਆਂ ਨੇ ਭੱਠਾ ਬਿਠਾ ਦਿੱਤਾ ਹੈ ਸਮਾਜ ਦਾ। ਡਾਕਟਰ ਹੋਣੇ ਚਾਹੀਦੇ ਨੇ। ਡਾਕਟਰ ਸਮਾਜ ਦੇ ਵਿੱਚ ਮਨੁੱਖ ਦੇ ਲਈ ਬਹੁਤ ਵੱਡਾ ਰੋਲ ਅਦਾ ਕਰਦੇ ਨੇ। ਜੇ ਡਾਕਟਰਾਂ ਨੇ ਹੀ ਲੋਕਾਂ ਨੂੰ ਲੁੱਟਣਾ ਹੈ ਕਿ ਉਹਨਾਂ ਚਿਰ ਅਸੀਂ ਸਰੀਰ ਹੀ ਨਹੀਂ ਦੇਣਾ ਜਿੰਨਾ ਚਿਰ ਪੈਸੇ ਨਹੀਂ ਮਿਲਣੇ। ਕਰੋਨਾ ਦੇ ਵਿੱਚ ਕੀ ਹੋਇਆ? 10-10 ਲੱਖ ਦੇ ਬਿੱਲ, 15-15 ਲੱਖ ਦੇ ਬਿੱਲ, ਲੋਕਾਂ ਦੇ ਬੰਦੇ ਵੀ ਗਏ ਤੇ ਲੋਕਾਂ ਦੇ ਕਾਰੋਬਾਰ ਵੀ ਗਏ। ਇਹੋ ਜਿਹੇ ਡਾਕਟਰਾਂ ਦੀ ਕੀ ਲੋੜ ਹੈ ਸਮਾਜ ਨੂੰ? ਪੰਛੀਆਂ 'ਚ ਕਿਹੜੇ ਡਾਕਟਰ ਸੀ ਜਿਹੜੇ ਬਚਦੇ ਨੇ? ਆਪਾਂ ਜ਼ਿੰਦਗੀ ਇਹੋ ਜਿਹੀ ਜੀਈਏ ਕਿ ਸਾਨੂੰ ਕਿਸੇ ਦੀ ਮੁਤਾਜ਼ਗੀ ਨਾ ਹੋਏ। ਜਿੰਨਾ ਚਿਰ ਅਸੀਂ ਪ੍ਰਕਿਰਤੀ ਨਾਲ ਜੁੜੇ ਰਵਾਂਗੇ, ਕੋਈ ਰੋਗ ਨੇੜੇ ਨਹੀਂ ਆਏਗਾ। ਅਸੀਂ ਪ੍ਰਕਿਰਤੀ ਨਾਲੋਂ ਟੁੱਟ ਗਏ। ਅਸੀਂ ਨਾ ਪ੍ਰਕਿਰਤੀ ਦੀ ਚਾਲ ਨਾਲ ਚੱਲ ਸਕੇ, ਨਾ ਪ੍ਰਕਿਰਤੀ ਅਨੁਸਾਰ ਜੀਉ ਸਕੇ। ਪਸ਼ੂ ਪੰਛੀ ਇਸ ਕਰਕੇ ਖੁਸ਼ਹਾਲ ਨੇ, ਉਹਨਾਂ ਦੇ ਕੋਈ ਬੈਂਕਾਂ 'ਚ ਬੈਲੈਂਸ ਜਮ੍ਹਾਂ ਨਹੀਂ, ਉਹਨਾਂ ਦੀਆਂ ਕੋਈ ਫੈਕਟਰੀਆਂ ਨਹੀਂ ਚੱਲਦੀਆਂ, ਉਹਨਾਂ ਦੇ ਕੋਈ ਬਿਜ਼ਨਸ ਨਹੀਂ ਚੱਲਦੇ, ਪਰ ਉਹ ਖੁਸ਼ਹਾਲ ਨੇ ਕਿਉਂਕਿ ਉਹ ਪ੍ਰਕਿਰਤੀ ਨਾਲ ਜੁੜੇ ਹੋਏ ਨੇ। ਅਸੀਂ ਪ੍ਰਕਿਰਤੀ ਦੇ ਵਿਰੁੱਧ ਚੱਲ ਰਹੇ ਹਾਂ। ਅਸੀਂ ਪ੍ਰਕਿਰਤੀ ਨੂੰ ਤਬਾਹ ਕਰਨ ਵੱਲ ਲੱਕ ਬੰਨਿਆ ਹੋਇਆ ਹੈ। ਅੱਜ ਜਿਹਨੂੰ ਕੋਈ ਪਦਵੀ ਮਿਲਦੀ ਹੈ, ਕਿਤੇ ਰੁਤਬਾ ਮਿਲਦਾ, ਕਹਿੰਦਾ ਵੱਢ ਕੇ ਪਹਾੜੀ ਵੇਚ ਦਿਓ, ਪੈਸੇ ਕਮਾ ਲਓ, ਦਰਿਆ ਵੇਚ ਦਿਓ, ਹੋਰ ਕੀ ਕਰਨਾ? ਇਹੋ ਜਿਹੀਆਂ ਫੈਕਟਰੀਆਂ ਲਾਓ, ਪਾਣੀ ਗੰਦਾ ਧਰਤੀ 'ਚ ਪਾਈ ਜਾਓ, ਲੋਕਾਂ ਨੂੰ ਬਰਬਾਦ ਕਰੀ ਜਾਓ। ਜਦੋਂ ਵੀ ਮਨੁੱਖ ਨਸਲ ਦੀ ਬਰਬਾਦੀ ਹੋਣੀ ਹੈ, ਇਹ ਪ੍ਰਮਾਤਮਾ ਨੇ ਨਹੀਂ ਬਰਬਾਦ ਕਰਨਾ, ਕਿਸੇ ਹੋਰ ਬਿਮਾਰੀ ਨੇ ਨਹੀਂ ਬਰਬਾਦ ਕਰਨਾ, ਇਹਨੂੰ ਬਰਬਾਦ ਮਨੁੱਖ ਨੇ ਕਰਨਾ। ਜਦੋਂ ਵੀ ਕਰਨਾ ਹੈ, ਉਹ ਮਨੁੱਖ ਹੀ ਬਰਬਾਦੀ ਦਾ ਕਾਰਨ ਹੈ। ਮਨੁੱਖ ਦੀ ਜਿਹੜਾ ਲਾਲਚ ਹੈ, ਤ੍ਰਿਸ਼ਨਾ ਹੈ, ਹੰਕਾਰ ਹੈ, ਉਹ ਮਨੁੱਖਤਾ ਦੀ ਬਰਬਾਦੀ ਦਾ ਕਾਰਨ ਹੈ। ਲੋੜ ਹੈ ਇਹਨੂੰ ਸਮਝਣ ਦੇ ਲਈ। ਮੈਂ ਬੇਨਤੀ ਕਰਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨਾ ਪਰਉਪਕਾਰ ਕੀਤਾ। ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ 'ਚ ਮਨੁੱਖਤਾ ਦੀ ਇੰਨੀ ਸੇਵਾ। ਉਹਨਾਂ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖੋ, ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ, ਉਹਨਾਂ ਦੀਆਂ ਵਾਰਾਂ, ਮਾਰੂ ਸੋਹਲੇ, ਹੋਰ ਸਤਿਗੁਰੂ ਜੀ ਦੀਆਂ ਬਾਣਾਂ ਪੱਟੀ, ਆਸਾ ਦੀ ਰਾਗ ਵਾਰ ਵਿੱਚ ਪੱਟੀ ਬਾਣੀ ਪੜ੍ਹੋ। ਉਹ ਮਨੁੱਖ ਨੂੰ ਜਿਉਣ ਦੀ ਜਾਂਚ ਦੱਸਦੇ ਨੇ, ਮਨੁੱਖ ਦੇ ਅੰਦਰ ਚਾਹ ਪੈਦਾ ਕਰਦੇ, ਮਨੁੱਖ ਨੂੰ ਡਰਾਉਂਦੇ ਨਹੀਂ ਹੈ। ਮਨੁੱਖ ਦੇ ਅੰਦਰ ਇੱਕ ਪੋਜੀਟਿਵ ਸੋਚ ਪੈਦਾ ਕਰਦੇ ਕਿ ਬੰਦਿਆ ਤੂੰ ਧਰਤੀ ਦਾ ਮਾਲਕ ਹੈ, ਤੂੰ ਧਰਤੀ ਦਾ ਰਾਜਾ ਹੈ, ਤੈਨੂੰ ਉਦਾਸ ਹੋਣ ਦੀ ਲੋੜ ਨਹੀਂ ਹੈ, ਚਾਹ ਦੇ ਨਾਲ ਧਰਤੀ ਤੇ ਵਿਚਰ। ਉਹ ਸਤਿਗੁਰੂ ਜੀ ਦੇ ਗੁਣ ਗਾ ਰਹੇ ਨੇ, ਗੁਰੂ ਕੇ ਸਿੱਖ ਜੋ ਪਰਉਪਕਾਰ ਸਤਿਗੁਰੂ ਜੀ ਨੇ ਕੀਤੇ ਹਨ। ਧਰਮ ਰਾਏ ਕੀ ਕਾਣ ਚੁਕਾਈ, ਗੋਬਿੰਦਵਾਲ ਨਾ ਕਿਸ ਸਮ੍ਰਿਤ ਪਾਈ। ਧਾਰਮਿਕ ਲੋਕਾਂ ਨੇ ਧਰਮ ਨਾਂ ਦੇ ਨਾਂ, ਧਰਮ ਰਾਏ ਦੇ ਨਾਂ ਤੇ ਡਰਾਇਆ, ਲੇਕਿਨ ਗੁਰਮਤਿ ਕਹਿੰਦੀ ਧਰਮ ਰਾਏ ਅਬ ਕਹਾਂ ਕਰੋਗੇ ਜੋ ਫਾਟਿਓ ਸਗਲੋ ਲੇਖਾ। ਧਰਮਰਾਜ ਕੀ ਕਰੇਗਾ? ਧਰਮ ਰਾਏ ਦਾ ਡਰ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਧਰਤੀ ਦੇ ਔਗਣ ਕਰਨੇ ਨੇ, ਬੁਰਾਈਆਂ ਕਰਨੀਆਂ ਨੇ। ਉਹਨਾਂ ਤੇ ਧਰਮਰਾਜ ਦੀ ਸਰਕਾਰ ਚੱਲਦੀ ਹੋਏਗੀ, ਉਹਨਾਂ ਨੂੰ ਯਮਰਾਜ ਦਾ ਡਰ ਹੋਏਗਾ।
ਪਰ ਗੁਰੂ ਬਾਬਾ ਜੀ ਨੇ ਸਾਨੂੰ ਇੱਕ ਸੋਚ ਦਿੱਤੀ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ। ਰੱਬ ਦੇ ਪਿਆਰੇ ਕਹਿੰਦੇ ਜਮੂਆ, ਜਮ ਵੀ ਨਹੀਂ ਕਿਹਾ, ਜਮੂਆ। ਘਰ 'ਚ ਅਸੀਂ ਨੌਕਰ ਰੱਖਿਆ ਹੋਇਆ, ਇਹਨੂੰ ਕਹਿੰਦੇ ਓ ਛੋਟੂ ਇੱਧਰ ਆ ਜਰਾ ਗੱਲ ਸੁਣ, ਇਹਨੂੰ ਛੋਟੂ ਜਿਹਾ ਬਣਾ ਦਿੱਤਾ ਜਮ ਨੂੰ, ਉਹਦੀ ਕਾਣ ਹੀ ਖਤਮ ਕਰ ਦਿੱਤੀ, ਲੇਖਾ ਹੀ ਖਤਮ ਕਰ ਦਿੱਤਾ ਕਿ ਜ਼ਿੰਦਗੀ 'ਚ ਕੰਮ ਇਹੋ ਜਿਹੇ ਕਰੋ ਧਰਮਰਾਜ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਖੜਾ ਹੋ ਜਾਏ। ਧਰਮਰਾਜ ਤੋਂ ਡਰਨ ਦੀ ਕੀ ਲੋੜ ਹੈ? ਧਰਮਰਾਜ ਵੀ ਤੇ ਰੱਬ ਦਾ ਇੱਕ ਮੁਲਾਜ਼ਮ ਹੀ ਹੈ, ਥਾਪਿਆ ਹੋਇਆ ਹੈ। ਧਰਮਰਾਜ ਹੈ ਹਰ ਕਾ ਕੀਆ, ਉਹ ਰੱਬ ਦਾ ਬਣਾਇਆ, ਉਹ ਰੱਬ ਨਹੀਂ ਹੈ। ਡਰਨਾ ਤੇ ਰੱਬ ਤੋਂ ਡਰੋ, ਰੱਬ ਤੋਂ ਵੀ ਡਰੋ ਨਾ, ਰੱਬ ਦੇ ਨਾਲ ਪਿਆਰ ਕਰੋ, ਰੱਬ ਦੇ ਨਾਲ ਪਿਆਰ ਕਰੋ, ਰੱਬ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਧਰਮਰਾਜ ਦੀ ਕਾਣ ਜਿਹੜੀ ਸੀ ਉਹ ਖਤਮ ਕਰ ਦਿੱਤੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਇਸ ਤੇ ਪਰੇ ਅਬਰ ਵਡਿਆਈ, ਕਰ ਉਪਕਾਰ ਕਹੋ ਗਿਆ ਪਾਈ। ਔਰ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਡਿਆਈ ਮਨੁੱਖਤਾ ਨੂੰ ਦਿੱਤੀ, ਪਰਉਪਕਾਰ ਕੀਤੇ। ਇਨਕੇ ਨਗਰ ਬ੍ਰਿਧ ਸਿਸ ਤਰਨ, ਬਇਓ ਨਹੀਂ ਕਿਸਹੂ ਕੋ ਮਰਨ। ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦੀ ਇੱਕ ਕਥਾ ਹੁੰਦੀ ਹੈ। ਗੁਰੂ ਸਾਹਿਬ ਜੀ ਕਿੰਨੇ ਕੋਮਲ ਤੇ ਕਿੰਨੇ ਪਰਉਪਕਾਰੀ ਸਨ। ਇੱਕ ਰਾਤ ਤੜਕਸਾਰ ਇੱਕ ਬੀਬੀ ਦੇ ਰੋਣ ਦੀ ਆਵਾਜ਼ ਸਤਿਗੁਰੂ ਜੀ ਦੇ ਕੰਨਾਂ 'ਚ ਪਈ ਤੇ ਭਾਈ ਬੱਲੂ ਜੀ ਗੁਰੂ ਕੇ ਸੇਵਾਦਾਰ ਸਨ। ਕਹਿੰਦੇ ਬੱਲੂ, ਇਹ ਕੌਣ ਇੰਨੀ ਦੁਖੀ ਆਵਾਜ਼ ਵਿੱਚ ਰੋ ਰਿਹਾ ਰਾਤ ਦੇ ਸਮੇਂ? ਬੱਲੂ ਜੀ ਨੇ ਪਤਾ ਕੀਤਾ, ਪਾਤਸ਼ਾਹ ਇੱਕ ਬਿਰਧ ਮਾਤਾ ਹੈ, ਉਹਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ, ਉਹਨੂੰ ਤੇਈਆ ਤਾਪ ਚੜ ਗਿਆ। ਸਤਿਗੁਰੂ ਜੀ ਨੇ ਬੁਲਾਇਆ। ਦਰਅਸਲ ਸਤਿਗੁਰੂ ਜੀ ਦੇ ਕੋਲ ਭਾਈ ਲਾਲੋ ਜੀ ਤੇਈਏ ਤਾਪ ਦੇ ਐਕਸਪਰਟ ਸਨ, ਉਸ ਵੇਲੇ ਵੈਦ ਸਨ। ਤੁਸੀਂ ਕਦੀ ਡੱਲਾ ਨਗਰ ਹੈ ਨਾ, ਉੱਥੇ ਜਾਓ, ਭਾਈ ਲਾਲੋ ਜੀ ਦੀ ਜਗ੍ਹਾ ਬਣੀ ਹੈ। ਇੱਕ ਆਮ ਅਸੀਂ, ਤੁਸੀਂ ਵੀ ਸੁਣਿਆ ਹੋਏਗਾ, ਤੇਈਏ ਤਾਪ ਦੀ ਸਾਖੀ ਪੜੋ ਤੇ ਤੇਈਆ ਤਾਪ ਲੱਥ ਜਾਏਗਾ। ਦਰਅਸਲ ਉਹਦੇ ਮਗਰ ਗੱਲ ਹੋਰ ਸੀ ਜਿਹਨੂੰ ਸਮਝਾ ਨਹੀਂ ਸਕੇ। ਭਾਈ ਲਾਲੋ ਜੀ ਉਸ ਵੇਲੇ ਬੜੇ ਤਗੜੇ ਵੈਦ ਸਨ, ਇਤਿਹਾਸ ਕਹਿੰਦਾ ਹੈ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਬੱਚੇ ਨੂੰ ਦਵਾਈ ਵੀ ਦਿੱਤੀ ਹੋਏਗੀ, ਬਖਸ਼ਿਸ਼ ਵੀ ਕੀਤੀ, ਹੱਥ ਵੀ ਕੀਤਾ, ਉਹ ਬੱਚਾ ਤੰਦਰੁਸਤ ਹੋ ਗਿਆ, ਇਵੇਂ ਕਹਿ ਲਓ ਜਿਉਂਦਾ ਹੋ ਗਿਆ। ਮਾਈ ਨੇ ਤਾਂ ਸੋਚਿਆ ਮਰ ਗਿਆ। ਆਮ ਆਪਾਂ ਦੇਖਦੇ ਬੁਖਾਰ ਚੜਿਆ ਹੋਏ ਬੇਹੋਸ਼, ਆਪਾਂ ਕਹਿੰਦੇ ਤੇ ਮਰ ਗਿਆ। ਚਲੋ ਇਤਿਹਾਸ ਕਹਿੰਦਾ ਕਿ ਉਹਨੂੰ ਜਿਉਂਦਾ ਕਰਤਾ, ਤੰਦਰੁਸਤ ਕਰ ਦਿੱਤਾ। ਤੇ ਸਤਿਗੁਰੂ ਜੀ ਨੇ ਕਿਹਾ ਕਿ ਸਾਡੇ ਇਸ ਨਗਰ ਦੇ ਅੰਦਰ ਕੋਈ ਬਿਰਧ ਮਾਤਾ ਆਪਣੇ ਬੱਚੇ ਦੀ ਮੌਤ ਜਾਂ ਬੁਖਾਰ ਨਾਲ ਕੋਈ ਨਹੀਂ ਮਰੇਗਾ ਇੱਥੇ। ਭਾਵ ਕਿ ਸਤਿਗੁਰੂ ਜੀ ਨੇ ਇੰਨਾ ਪ੍ਰਬੰਧ ਵਧੀਆ ਕੀਤਾ ਹੋਇਆ ਸੀ। ਲੋਕਾਂ ਨੂੰ ਗੁਰਮਤ ਕੇਵਲ ਮੱਥੇ ਟਿਕਾਉਣ ਲਈ ਨਹੀਂ ਹੈ, ਗੁਰਮਤ ਮਨੁੱਖਤਾ ਦੀ ਸੇਵਾ ਦੇ ਲਈ ਹੈ, ਸਮਾਜ ਦੀ ਸੇਵਾ ਦੇ ਲਈ ਹੈ। ਦੇਖੋ ਸਤਿਗੁਰੂ ਨਾਨਕ ਸਾਹਿਬ ਜੀ ਕੋੜੀਆਂ ਦੀ ਝੁੱਗੀ 'ਚ ਵੀ ਗਏ, ਉਹਨਾਂ ਦਾ ਇਲਾਜ ਕੀਤਾ। ਗੁਰੂ ਅਮਰਦਾਸ ਜੀ ਦੇ ਕੋਲ ਪ੍ਰੇਮਾ ਕੋਲ ਹੀ ਚੱਲ ਕੇ ਆਉਂਦੇ, ਉਹਦਾ ਇਲਾਜ ਕੀਤਾ, ਉੱਤੇ ਬਖਸ਼ਿਸ਼ ਕੀਤੀ, ਉਹਨੂੰ ਤੰਦਰੁਸਤੀ ਨਹੀਂ ਕੀਤਾ, ਉਹਨੂੰ ਵਿਆਹਿਆ ਵੀ ਤੇ ਉਹਨੂੰ ਪ੍ਰਚਾਰਕ ਥਾਪ ਦਿੱਤਾ। ਹੈ ਕੋਈ ਇਹੋ ਜਿਹਾ ਰਹਿਬਰ ਜਿਹੜਾ ਇਹੋ ਜਿਹੇ ਰੋਗੀਆਂ ਨੂੰ ਐਡਾ ਵੱਡਾ ਮਾਣ ਦੇ ਦੇਵੇ? ਉਹਨੂੰ ਆਪਣਾ ਪੁੱਤਰ ਬਣਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਉਹਦੀ ਪ੍ਰੇਮਾ ਭਗਤੀ ਦੇਖ ਕੇ। ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ 'ਚ ਕੋੜੀਆਂ ਲਈ ਇੱਕ ਸਪੈਸ਼ਲ ਹਸਪਤਾਲ ਬਣਾਇਆ, ਦਵਾਖਾਨਾ ਬਣਾਇਆ। ਉਹ ਗੱਲ ਵੱਖਰੀ ਹੈ ਕਿ ਅੱਜ ਗੁਰੂ ਕੇ ਸਿੱਖ ਨੂੰ ਸੰਭਾਲ ਹੀ ਨਹੀਂ ਸਕਦੇ। ਉਹ ਪਿੱਛੇ ਕਿ ਜੇ ਮੈਂ ਤਰਨਤਾਰਨ ਕਥਾ ਕਰਨ ਗਿਆ, ਗੁਰੂ ਅਰਜਨ ਸਾਹਿਬ ਜੀ ਦਾ ਸਹਿਜ ਸ਼ਹੀਦੀ ਪੁਰਬ ਸੀ, ਮੈਂ ਇਹ ਗੱਲ ਕਹਿ ਬੈਠਾ ਤੇ ਮੈਨੂੰ ਲੋਕੀ ਕਹਿਣ ਲੱਗੇ ਉਹ ਭਲਾ ਹਸਪਤਾਲ ਹੁਣ ਕੌਣ ਸੰਭਾਲਦਾ? ਕਹਿੰਦੇ ਜੀ ਉਹਨੂੰ ਤੇ ਈਸਾਈਆਂ ਦਾ ਇੱਕ ਮਿਸ਼ਨ ਸਾਂਭਦਾ ਜਾਂ ਹੋਰ ਕੋਈ ਜਥੇਬੰਦੀ ਸੰਭਾਲਦੀ, ਸਿੱਖ ਤੇ ਸੰਭਾਲਦੇ ਨੇ। ਸਿੱਖ ਸਿਰਫ ਗੋਲਕਾਂ ਸਾਂਭਣ ਜੋਗੇ ਰਹਿ ਗਏ ਨੇ, ਹੁਣ ਇਹਦੋਂ ਅੱਗੇ ਕੁਝ ਨਹੀਂ ਹੈ, ਇੱਥੇ ਕਬਜ਼ੇ ਕਰਨ ਜੋਗੇ ਰਹਿ ਗਏ ਨੇ। ਗੁਰੂ ਸਾਹਿਬ ਜੀ ਨੇ ਜਿਹੜੀਆਂ ਸਾਨੂੰ ਸੰਸਥਾਵਾਂ ਦਿੱਤੀਆਂ ਸੀ, ਉਹ ਸੀ ਮਨੁੱਖਤਾ ਦੀ ਸੇਵਾ ਕਰਨੀ। ਹਸਪਤਾਲ ਬਣਾਓ, ਸਕੂਲ ਬਣਾਓ। ਤੁਸੀਂ ਜਦੋਂ ਵੀ ਕੋਈ ਸਮਾਜ ਤਰੱਕੀ ਕਰਦਾ ਹੈ, ਉਹਦੇ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ। ਪਹਿਲੀ ਗੱਲ ਸਿਹਤ, ਦੂਜੀ ਗੱਲ ਗਿਆਨ, ਵਿਦਿਆ, ਐਜੂਕੇਸ਼ਨ। ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਿਹਤ ਦਾ ਤੇ ਐਜੂਕੇਸ਼ਨ ਦੀ ਬਹੁਤ ਵੱਡੀ ਚਰਚਾ ਕੀਤੀ ਗੁਰਬਾਣੀ ਦੇ ਅੰਦਰ। ਔਰ ਗੁਰੂ ਸਾਹਿਬ ਜੀ ਨੇ ਐਜੂਕੇਸ਼ਨ ਦੀ ਬੜੀ ਵੱਡੀ ਗੱਲ ਕੀਤੀ ਹੈ। ਐਜੂਕੇਟ ਲੋਕਾਂ ਨਾਲ ਸਤਿਗੁਰੂ ਜੀ ਦੀ ਚਰਚਾ ਪਾਂਧਿਆਂ ਨਾਲ ਹੁੰਦੀ ਹੈ, ਪੰਡਤਾਂ ਨਾਲ ਹੁੰਦੀ ਹੈ, ਮੌਲਵੀਆਂ ਨਾਲ ਹੁੰਦੀ ਹੈ। ਓਂਕਾਰ ਬਾਣੀ ਇੱਕ ਪਾਂਧੇ ਨਾਲ ਚਰਚਾ ਕਰਦੀ ਹੈ। ਹੋਰ ਬਹੁਤ ਸਾਰੀਆਂ ਸਤਿਗੁਰੂ ਜੀ ਦੇ ਸ਼ਬਦ ਨੇ, ਰਚਨਾਵਾਂ ਨੇ, ਜਿਹੜੀਆਂ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਪਵਿੱਤਰ ਬਾਣੀ ਪੱਟੀ ਆਪਾਂ ਜਿਹੜੀ ਬਚਪਨ 'ਚ ਲਿਖਦੇ ਸਾਂ, ਊੜਾ ਆੜਾ ਈੜੀ ਸੱਸਾ ਪੱਟੀ ਤੇ ਲਿਖਦੇ ਸਨ, ਉਹਦੇ ਤੇ ਪੂਰੀ ਬਾਣੀ ਹੈ। ਉਹ ਐਜੂਕੇਸ਼ਨ ਨਾਲ ਰਿਲੇਟਡ ਬਾਣੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਜ ਨੂੰ ਡਿਵੈਲਪ ਕਰਨ ਦੀ ਗੱਲ ਕੀਤੀ ਸੀ। ਮਨੁੱਖ ਅੰਦਰੋਂ ਵੀ ਤੇ ਬਾਹਰੋਂ ਸਮਾਜਿਕ ਤੌਰ ਤੇ ਵੀ ਉੱਚਾ ਉੱਠੇ, ਇਹ ਸੀ ਕੋਸ਼ਿਸ਼ ਸਤਿਗੁਰੂ ਜੀ ਦੀ। ਸੋ ਗੁਰੂ ਸਾਹਿਬ ਜੀ ਨੇ ਇੰਨਾ ਪ੍ਰਬੰਧ ਵਧੀਆ ਕਰਤਾ ਕਿ ਸਾਡੇ ਨਗਰ 'ਚ ਕੋਈ ਇਸ ਤਰ੍ਹਾਂ ਬਿਮਾਰ ਹੋ ਕੇ ਮਰੇਗਾ ਨਹੀਂ। ਭਾਵ ਇੰਨਾ ਸੋਹਣਾ ਸਿਸਟਮ ਕਰਤਾ, ਦੁਨੀਆ ਗੁਣ ਗਾਉਂਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਸਿਮਰੇ ਸ਼ੋਕ ਨਾ ਕਰੇ ਸੋ ਕੋਈ, ਗੁਰ ਕੋ ਬਾਕ ਵਿਚਾ ਚਿਤਾਰ ਤੁਕ ਸੋਈ। ਨਾਲੇ ਸਾਰਿਆਂ ਨੂੰ ਇੱਕ ਗੱਲ ਕਹੀ ਜਾ ਰਹੀ ਵੀ ਕਿਸੇ ਨੇ ਕੋਈ ਗਮ ਨਹੀਂ ਕਰਨਾ,
ਗੁਰੂ ਅਮਰਦਾਸ ਜੀ ਮਹਾਰਾਜ ਨੇ ਗੱਲ ਸੀ, ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਪਾਵੈ। ਜਿਸ ਦੇ ਮਿੱਤਰ ਨੂੰ ਸਿਰੋਪਾਓ ਮਿਲੇ, ਵਡਿਆਈ ਮਿਲੇ ਕਿਸੇ ਨੂੰ, ਤੇ ਉਹ ਮਿੱਤਰ ਨੂੰ ਖੁਸ਼ ਹੋਣਾ ਚਾਹੀਦਾ ਹੈ ਨਾ। ਕਹਿਣ ਲੱਗੇ ਹੁਣ ਮੈਂ ਵਾਹਿਗੁਰੂ ਜੀ ਦੇ ਦਰ ਤੋਂ ਸਨਮਾਨਿਆ ਜਾ ਰਿਹਾ, ਵਾਹਿਗੁਰੂ ਜੀ ਦੇ ਦਰ ਤੇ ਜਾ ਰਿਹਾ, ਇਸ ਕਰਕੇ ਤੁਹਾਨੂੰ ਰੋਣ ਦੀ ਲੋੜ ਨਹੀਂ ਹੈ। ਜਿਹੜਾ ਰੋਏਗਾ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਜਿਹੜਾ ਮੇਰੇ ਤੋਂ ਬਾਅਦ ਰੋਏਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਮੈਨੂੰ ਵਾਹਿਗੁਰੂ ਜੀ ਨੇ ਆਪਣੇ ਭਾਣੇ 'ਚ ਬੁਲਾਇਆ, ਵਡਿਆਈ ਦੇ ਰਹੇ ਨੇ, ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ। ਇਸ ਕਰਕੇ ਉਸ ਵੇਲੇ ਉਚੇਚੇ ਤੌਰ ਤੇ ਹਦਾਇਤ ਕੀਤੀ ਆਉਣ ਜਾਣ ਵਾਲੀਆਂ ਸੰਗਤਾਂ ਨੂੰ, ਕਿਸੇ ਨੇ ਕੋਈ ਸੋਗ ਨਹੀਂ ਕਰਨਾ, ਗਮ ਨਹੀਂ ਕਰਨਾ, ਰੋਣਾ ਨਹੀਂ ਹੈ। ਗੁਰਬਾਣੀ ਪੜੋ, ਵਾਹਿਗੁਰੂ ਜੀ ਦੇ ਗੁਣ ਗਾਓ। ਹਮੈ ਬਸਾਇਓ ਸਭ ਸੁਖ ਦੀਨੇ, ਸੋ ਨਾ ਹੋਏ ਚਿਤ ਚਿਤਾ ਭੀਨੇ। ਦੇਖੋ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ ਹੈ। ਗੋਇੰਦਵਾਲ ਨਗਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਸਾਈ ਹੈ। ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਿਨਾਇਓ। ਹੁਣ ਨਗਰ ਵਸਾਉਣਾ ਕੋਈ ਨਿੱਕੀ ਜੀ ਗੱਲ ਨਹੀਂ ਹੈ। ਦੇਖੋ ਨਾ, ਬੇਘਰਿਆਂ ਨੂੰ ਘਰ ਬਣਾ ਕੇ ਦੇਣੇ, ਦੁਕਾਨਾਂ ਬਣਾ ਕੇ ਦੇਣੀਆਂ, ਬਹੁਤ ਪਰਉਪਕਾਰ ਹੈ। ਸਾਡੇ ਮੁਲਕ 'ਚ ਤਾਂ ਇਹੀ ਕਿਹਾ ਗਿਆ ਸੀ, ਜੇ ਰੱਬ ਨੂੰ ਮਿਲਣੇ ਤੇ ਘਰ ਹੀ ਛੱਡ ਦਿਓ, ਜੰਗਲਾਂ 'ਚ ਚਲੇ ਜਾਓ, ਪੱਤੇ ਤੋੜ ਕੇ ਖਾਈ ਜਾਓ, ਨਗਰੀ ਆਬਾਦੀ ਚਾਹੋ ਹੀ ਨਾ ਜੇ ਰੱਬ ਨੂੰ ਮਿਲਣੇ, ਰਾਜ ਭਾਗ ਛੱਡ ਦਿਓ, ਪਰਿਵਾਰ ਤੋਂ ਦੂਰ ਚਲੇ ਜਾਓ। ਲੇਕਿਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਇਹ ਗੱਲ ਨਹੀਂ ਕਹੀ। ਸਾਡੇ ਸਤਿਗੁਰੂ ਜੀ ਨੇ ਕਿ ਘਰ ਦੇ ਵਿੱਚ ਰਹੋ, ਕਿਰਤ ਕਰੋ, ਪਰਿਵਾਰ ਵਿੱਚ ਰਹੋ। ਪਰਿਵਾਰ ਵਿੱਚ ਰਹਿੰਦਿਆਂ ਉਠੰਦਿਆਂ ਬਹੰਦਿਆਂ ਸਵੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਖਾਂਦੇ ਪੀਂਦੇ ਆਪਾਂ ਦੁੱਖਾਂ ਤੋਂ ਮੁਕਤੀ ਦਾ ਰਸਤਾ ਲੱਭਣੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਨੇ ਲੋਕ ਕਿ ਦੇਖੋ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਨਗਰ 'ਚ ਵਸਾਇਆ, ਸੋਹਣੇ ਘਰ ਬਣਾ ਕੇ ਦਿੱਤੇ ਨੇ। ਔਰ ਨਗਰ ਵਿੱਚ ਵੀ ਦੇਖੋ ਹਰ ਵੇਲੇ ਸਤ ਸੰਗਤ ਹੁੰਦੀ, ਐਸੀ ਭਾਗਾਂ ਵਾਲੇ ਹਾਂ। ਚੰਦ ਅਗਨ ਰਸ ਮਹੀ ਗਿਨ, ਭਾਦੋਂ ਪੂਰਨ ਮਾਸ। ਭਾਈ ਸਾਹਿਬ ਜੀ ਕਹਿੰਦੇ ਚੰਦ ਅਗਨ, ਚੰਦ ਦਾ ਅਰਥ ਹੁੰਦਾ ਹੈ ਇੱਕ, ਅਗਨ ਦਾ ਅਰਥ ਹੁੰਦਾ 6। 1631 ਭਾਦਰੋਂ ਦੀ ਪੂਰਨਮਾਸੀ ਨੂੰ, 1631 ਬਿਕਰਮੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ ਸੀ। ਕੁਝ ਦਿਨ ਮੈਂ ਸ਼੍ਰੀ ਸਤਿਗੁਰੂ ਜੋਤੀ ਜੋਤ ਮਿਲਾਸ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਗੇ ਇਸ ਦਿਨ ਤੇ। ਪੰਜ ਮਾਸ 22 ਬਰਖ ਦਿਵਸ ਇਕਾਦਸ਼ ਔਰ। 22 ਸਾਲ 5 ਮਹੀਨੇ 21 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਮਨੁੱਖਤਾ ਦੀ ਸੇਵਾ ਕਰਦੇ ਰਹੇ। ਪਾਤਸ਼ਾਹੀ ਜਗ ਮੈਂ ਕਰੀ, ਭੱਲਿਆਂ ਕੁਲ ਸਿਰਮੌਰ। ਭੱਲਿਆਂ ਦੀ ਕੁਲ ਦੇ ਸਿਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਕੀਰਤੀ ਕਰਦਿਆਂ ਹੋਇਆਂ ਭੱਟਾਂ ਨੇ ਗੱਲ ਲਿਖੀ ਹੈ, ਕਨ ਹਰ ਬੂੰਦ ਬਸੋ ਰੋਮ ਆਵਲ, ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। रुद्र ਧਿਆਨ ਗਿਆਨ ਸਤਿਗੁਰੂ ਕੇ ਕਬ ਜਨ ਭਾਲੁ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਘਨ ਹਰ ਕਹਿੰਦੇ ਨੇ ਬੱਦਲ ਨੂੰ। ਬੱਦਲ ਦੀਆਂ ਬੂੰਦਾਂ ਡਿੱਗਦੀਆਂ ਨੇ ਧਰਤੀ ਤੇ, ਕੋਈ ਗਿਣ ਸਕਦਾ ਇਹਨੂੰ? ਕਦੀ ਨਹੀਂ ਗਿਣੀਆਂ ਜਾ ਸਕਦੀਆਂ। ਘਨ ਹਰ ਬੂੰਦ ਬਸੋ ਰੋਮਾਵਲ। ਰੋਮਾਵਲ ਦਾ ਅਰਥ ਬਨਸਪਤੀ ਹੈ, ਉੱਤੇ ਤਰੇਲ ਦੀਆਂ ਬੂੰਦਾਂ ਪੈਂਦੀਆਂ ਨੇ ਜਾਂ ਹੋਰ ਬਨਸਪਤੀ ਦੇ ਫੁੱਲ ਨੇ। ਕੁਸਮ ਬਸੰਤ ਗਨਤ ਨਾ ਆਵੇ। ਬਸੰਤ ਦੇ ਵਿੱਚ ਫੁੱਲ ਖਿੜਦੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਕਿਰਨਾਂ, ਗੰਗਾ ਦੀਆਂ ਲਹਿਰਾਂ, ਸਮੁੰਦਰ ਦੀਆਂ ਗਹਿਰਾਈਆਂ ਨੂੰ ਕੌਣ ਜਾ ਸਕਦਾ ਹੈ? ਪਰ ਭੱਟ ਕਹਿੰਦੇ ਕਿ ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਹਿੰਦੇ ਸ਼ਿਵ ਜੀ ਦੀ ਸਮਾਧੀ ਬੜੀ ਅਕੱਟ ਹੈ। ਕੋਈ ਬੰਦਾ ਇਹੋ ਜਿਹੀ ਸਮਾਧੀ ਲਾ ਕੇ ਨਾ ਬੂੰਦਾਂ ਨੂੰ ਗਿਣ ਲਏ, ਸਮੁੰਦਰ ਦੀਆਂ ਲਹਿਰਾਂ ਨੂੰ ਗਿਣ ਲਏ, ਗਹਿਰਾਈ ਨੂੰ ਗਿਣ ਲਏ, ਫੁੱਲਾਂ ਨੂੰ ਗਿਣ ਲਏ ਤੇ ਗਿਣ ਲਏ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਜਾਂ ਗੁਰੂ ਕੇ ਗਿਆਨ ਰਾਹੀਂ ਕੋਈ ਇਹਨਾਂ ਬਾਰੇ ਜਾਣ ਜੇ ਤੇ ਜਾਣ ਰਹੇ। ਲੇਕਿਨ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣਾਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਓ, ਤੁਹਾਡੇ ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ। ਤੁਹਾਡੀ ਮਹਿਮਾ ਤੁਹਾਨੂੰ ਹੀ ਬਣ ਆਉਂਦੀ ਹੈ। ਉਹ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਕੀਰਤੀ ਕਰਦੇ ਆ, ਭੱਟਾਂ ਨੇ ਕਿਹਾ ਸੀ ਗੁਰੂ ਅਮਰਦਾਸ ਪਰਸੀਏ ਪਹੁਮ ਪਾਤਕ ਬੇਨਾਸੈ। ਗੁਰੂ ਅਮਰਦਾਸ ਪਰਸੀਏ ਸਿਰ ਸਾਧਕ ਅਸਾਸੈ। ਗੁਰੂ ਅਮਰਦਾਸ ਪਰਸੀਏ ਧਿਆਨ ਲਹਿ ਪਉ ਮੁਕੈ। ਗੁਰੂ ਅਮਰਦਾਸ ਪਰਸੀਏ ਅਪਾਉ ਲੱਭੈ ਗਉ ਚੁਕੈ। ਇੱਕ ਬਿਨ ਦੁਗੁਣ ਜੋ ਤਾਉ ਰਹੋ ਜਾਂ ਸੁਮਾਂਤਰ ਮਾਨ ਵਹਿ ਲੈ। ਜਲ ਪਾ ਪਦਾਰਥ ਇਤੜੇ ਗੁਰੂ ਅਮਰਦਾਸ ਜਿੱਠੇ ਮਿਲੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਧਰਤੀ ਦੇ ਪਾਪ ਖਤਮ ਹੋ ਜਾਂਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਦਿਆਂ ਰਿੱਧੀਆਂ ਸਿੱਧੀਆਂ ਦੀਆਂ ਬਰਕਤਾਂ ਮਿਲ ਜਾਂਦੀਆਂ ਨੇ। ਗੁਰੂ ਅਮਰਦਾਸ ਜੀ ਦੇ ਦੀਦਾਰ ਕਰਦਿਆਂ ਮਨੁੱਖ ਦਾ ਧਿਆਨ ਜੁੜ ਜਾਂਦਾ ਹੈ। ਜ਼ਿੰਦਗੀ ਦੇ ਵਿੱਚੋਂ ਜਮਾਂ ਦਾ ਮਾਰਗ ਖਤਮ ਹੋ ਜਾਂਦਾ ਹੈ।
ਜਲ ਭੱਟ ਕਹਿੰਦੇ ਕਿ ਇੰਨੇ ਪਦਾਰਥ ਗੁਰੂ ਅਮਰਦਾਸ ਜੀ ਦੇ ਦੀਦਾਰਾਂ ਵਿੱਚੋਂ ਮਿਲਦੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦਿਆਂ ਹੋਇਆਂ ਕਹਿੰਦੇ ਨੇ ਗੁਰੂ ਕੇ ਸਿੱਖ ਕਿ ਭੱਲਿਆਂ ਗੁਲ ਕੁਲ ਸਰਮੌਰ, ਭੱਲਿਆਂ ਦੀ ਕੁਲ ਦੇ ਸਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਮਨੁੱਖਤਾ ਤੇ ਏਡੇ ਵੱਡੇ ਪਰਉਪਕਾਰ ਕੀਤੇ। ਬਾਸਰਕੇ ਦੀ ਧਰਤੀ ਨਗਰ ਵਿੱਚ ਆਪ ਜੀ ਬਾਪੂ ਤੇਜਭਾਨ ਜੀ ਦੇ ਘਰ ਵਿੱਚ ਪ੍ਰਗਟ ਹੋਏ ਸਨ। ਬਚਪਨ ਤੋਂ ਜੋ ਉਹਨਾਂ ਦੀ ਕੁੱਲ ਦੀ ਰੀਤ ਸੀ ਉਹਦੇ ਅਨੁਸਾਰ ਤੀਰਥ ਯਾਤਰਾ ਤੇ ਜਾਣਾ, ਤੀਰਥ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਇਹੋ ਜਿਹੇ ਮਾਰਗ ਤੇ ਚੱਲਣ ਵਾਲੇ ਸਨ। ਪਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਏ। ਇੱਕ ਵਾਰੀ ਇੱਕ ਬ੍ਰਹਮਚਾਰੀ ਨੇ ਇਹਨਾਂ ਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਗੁਰੂ ਤੇ ਮੈਂ ਧਾਰਨ ਹੀ ਨਹੀਂ ਕੀਤਾ। ਕਹਿੰਦੇ ਫਿਰ ਤੇ ਤੇਰੀ ਜ਼ਿੰਦਗੀ ਜਿਹੜੀ ਹੈ ਅਕਾਰਥ ਹੀ ਚਲੀ ਗਈ, ਗੁਰੂ ਤੋਂ ਬਿਨਾਂ। ਗੁਰੂ ਦੀ ਭਾਲ ਵਿੱਚ ਤੁਰ ਪਏ। ਆਖਰ ਬੀਬੀ ਅਮਰੋ ਜੀ ਦੇ ਰਾਹੀਂ 62 ਸਾਲ ਦੀ ਉਮਰ ਸੀ ਉਦੋਂ ਆਪ ਜੀ ਦੀ। ਗੁਰੂ ਅੰਗਦ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਆਏ। 62 ਸਾਲ ਦੀ ਉਮਰ 'ਚ ਆ ਕੇ ਸੇਵਾ ਵੀ ਕੀਤੀ। ਇਕੱਲੀ ਸੇਵਾ ਨਹੀਂ ਕੀਤੀ, ਗੁਰਮਤਿ ਗਿਆਨ ਪ੍ਰਾਪਤ ਕੀਤਾ। ਔਰ ਇੰਨਾ ਗਿਆਨ ਉਹਨਾਂ ਦੀ ਪਵਿੱਤਰ ਬਾਣੀ ਪੜ੍ਹੋ। ਦੇਖੋ 62 ਸਾਲ ਤੋਂ ਪਹਿਲਾਂ ਬਾਣੀ ਕਿਉਂ ਨਹੀਂ ਉਚਾਰਨ ਕਰ ਦਿੱਤੀ? ਫਿਰ ਜੋ ਪਵਿੱਤਰ ਬਾਣੀ ਉਹਨਾਂ ਨੇ ਬਖਸ਼ੀ ਕੀਤੀ ਹੈ, ਆਤਮਿਕ ਪੱਖ ਤੋਂ, ਰੂਹਾਨੀਅਤ ਦੇ ਪੱਖ ਤੋਂ ਬੜੀ ਮਹਾਨ ਹੈ, ਬੜੀ ਉੱਚੀ ਬਾਣੀ ਹੈ। ਉਹਨਾਂ ਦੀ ਆਨੰਦ ਸਾਹਿਬ ਜੀ ਦੀ ਬਾਣੀ ਆਪਾਂ ਆਮ ਪੜ੍ਹਦੇ ਤੇ ਸੁਣਦੇ ਹਾਂ। ਹਰ ਕਾਰਜ ਤੇ ਆਨੰਦ ਸਾਹਿਬ ਜੀ ਦਾ ਜਾਪ ਅਸੀਂ ਕਰਦੇ ਹਾਂ। ਉਹ ਸਮੁੱਚੀ ਬਾਣੀ ਸਾਨੂੰ ਜ਼ਿੰਦਗੀ ਦੇ ਅੰਦਰ ਆਨੰਦ ਪ੍ਰਾਪਤ ਕਰਨ ਦੀ ਜੁਗਤ ਹੀ ਦਰਸਾਉਂਦੀ ਕਿ ਜ਼ਿੰਦਗੀ 'ਚ ਆਨੰਦ ਕਿਵੇਂ ਮਾਣਨੇ। ਉਹ ਮਹਾਨ ਸਤਿਗੁਰੂ ਜੀ ਦੀ ਜੀਵਨ ਗਾਥਾ ਅੱਜ ਦੇ ਪ੍ਰਸੰਗ ਦੇ ਨਾਲ ਹੀ ਸੰਪੂਰਨ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਇਤਿਹਾਸ ਕੱਲ੍ਹ ਤੋਂ ਸ਼ੁਰੂ ਹੋਵੇਗਾ। ਆਪਾਂ ਸਮੇਂ-ਸਮੇਂ ਤੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਗਾਥਾਵਾਂ ਜਾਣਨੀਆਂ ਨੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਆਪਣੇ ਬਜ਼ੁਰਗਾਂ ਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ ਹੋਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਕੌਮ ਦੀ ਰੂਹ ਹੈ, ਇਤਿਹਾਸ ਕੌਮ ਦਾ ਸਰੀਰ ਹੈ। ਆਪਣੇ ਇਤਿਹਾਸ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਇਸ ਕਰਕੇ ਇਹ ਸਮਾਂ ਇਤਿਹਾਸ ਦੀ ਕਥਾ ਦਾ ਹੈ। ਤੁਸੀਂ ਜੁੜਦੇ ਹੋ, ਵਡਭਾਗੀ ਹੋ। ਪਰ ਜਿੱਡਾ ਵੱਡਾ ਗੁਰੂ ਘਰ ਹੈ, ਜਿੱਡੇ ਵੱਡੇ ਸ਼ਹਿਰ 'ਚ ਅਸੀਂ ਰਹਿੰਦੇ ਹਾਂ, ਮੈਨੂੰ ਹੈਰਾਨੀ ਹੁੰਦੀ। ਮੈਂ ਪਿੰਡਾਂ 'ਚ ਜਾਂਦਾ ਕਈ ਵਾਰੀ ਕਥਾ ਕਰਨ ਦੇ ਲਈ, ਗੁਰੂ ਸਾਹਿਬ ਦੀ ਕਿਰਪਾ ਨਾਲ ਭਰੇ ਹੁੰਦੇ ਨੇ ਗੁਰਦੁਆਰੇ। ਪਰ ਸਾਡਾ ਸ਼ਹਿਰ ਕਿਉਂਕਿ ਅਮੀਰਾਂ ਦਾ ਸ਼ਹਿਰ ਹੈ, ਗੁਰਦੁਆਰੇ ਆਉਣ ਨੇ ਸ਼ਾਇਦ ਸਾਡੇ ਕੰਮ ਘਰ ਕੱਢਦੇ ਨੇ, ਸ਼ਾਇਦ ਇਹੀ ਸੋਚਦੇ ਹਾਂ। ਇਸ ਕਰਕੇ ਆਪਾਂ ਆਪ ਜੁੜੀਏ, ਹੋਰਨਾਂ ਨੂੰ ਜੋੜੀਏ। ਸਭ ਤੋਂ ਵੱਡਾ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਕਤ ਪੁਨ ਮਾਨਸ ਜਨਮ ਕਤ ਸਾਧ ਸੰਗ ਨਿਸ ਦਿਨ ਕੀਰਤਨ ਸਮੇਂ ਚੱਲ ਰਹੀ ਹੈ। ਕਿੰਨਾ ਚਿਰ ਜ਼ਿੰਦਗੀ ਹੈ ਪਤਾ ਕੋਈ ਨਹੀਂ ਹੈ। ਜ਼ਿੰਦਗੀ 'ਚ ਗੁਰਦੁਆਰੇ ਆਉਣ ਦੀ ਸਮਰੱਥਾ ਕਿੰਨਾ ਚਿਰ ਹੈ। ਕਈ ਵਾਰੀ ਨੇੜੇ ਗੁਰਦੁਆਰਾ ਨਹੀਂ ਹੁੰਦਾ, ਸਾਧਨ ਨਹੀਂ ਹੁੰਦਾ। ਬਹੁਤ ਗੁਰਦੇ ਜਿੱਥੇ ਕੀਰਤਨ ਹੀ ਨਹੀਂ ਹੁੰਦਾ। ਇੱਥੇ ਤੇ ਵਾਹਿਗੁਰੂ ਦੀ ਕਿਰਪਾ ਹੈ। ਜੇ ਇਹ ਸਾਧਨ ਮਿਲੇ ਨੇ, ਫਿਰ ਜਦੋਂ ਆਈਏ ਕੀਰਤਨ ਵੇਲੇ ਜ਼ਰੂਰ ਆਈਏ, ਕਥਾ ਵੇਲੇ ਜ਼ਰੂਰ ਆਈਏ। ਆ ਕੇ ਮੱਥਾ ਹੀ ਨਾ ਟੇਕ ਕੇ ਚਲੇ ਜਾਈਏ। ਕਦੀ ਸਕੂਲ ਬੱਚਾ ਜਾਏ, ਮੱਥਾ ਟੇਕ ਕੇ ਮਾਸਟਰ ਨੂੰ ਆ ਜਾਏ, ਕੋਈ ਡਾਕਟਰ ਬਣ ਜਾਏਗਾ। ਆਪਾਂ ਕਹਿੰਦੇ ਬੈਠ ਕਲਾਸ ਅਟੈਂਡ ਕਰ, ਕੋਈ ਸੁਣਵੀਂ। ਲੇਕਿਨ ਅਸੀਂ ਬਣਾ ਲਿਆ ਕਿ ਗੁਰਦੁਆਰੇ ਮੱਥਾ ਪ੍ਰਕਰਮਾ ਕਰਕੇ ਚੱਲ ਜਾਂਗੇ, ਚਲੋ ਜੀ ਆਪਾਂ ਗੁਰੂ ਦੇ ਦਰਸ਼ਨ ਕਰ ਰਹੇ। ਇਹ ਗੁਰੂ ਦੀ ਮਰਜ਼ਾਦਾ ਨਹੀਂ ਹੈ। ਜਦੋਂ ਗੁਰੂ ਕੋਲ ਆਈਏ, ਗੁਰੂ ਦੀ ਇੱਕ ਗੱਲ ਤੇ ਜ਼ਰੂਰ ਸੁਣੀਏ। ਗੁਰੂ ਨੇ ਇੱਕ ਵਾਅਦਾ ਕੀਤਾ ਤੁਹਾਡੇ ਨਾਲ, ਸੁਣ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਪਲ ਪਾਵੋ। ਜੇ ਤੁਸੀਂ ਚਾਹੁੰਦੇ ਕਿ ਜੋ ਚਾਹੀਏ ਮਿਲ ਜਾਏ, ਫਿਰ ਗੁਰੂ ਦੀ ਗੱਲ ਸੁਣ ਕੇ ਤੁਹਾਨੂੰ ਹਿਰਦੇ 'ਚ ਜ਼ਰੂਰ ਵਸਾਈਏ ਜੀ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਜੀ ਸਾਰਿਆਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਣ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।